ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 24 ਨਵੰਬਰ ਹੈ, ਦਿਨ ਬੁੱਧਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ ਤੇ ਸਭ ਤੋਂ ਵੱਡੀ ਤੇ ਅਹਿਮ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ 1 ਨਵੰਬਰ ਤੋਂ ਹੀ ਪੰਜਾਬ ਦੇ ਵਿੱਚ ਸਸਤੀਆਂ ਬਿਜਲੀ ਦਰਾਂ ਲਾਗੂ ਹੋ ਜਾਣਗੀਆਂ। ਦਰਅਸਲ ਕੱਲ ਅਸੀਂ ਖਾਲਸ ਚਰਚਾ ਦੇ ਵਿੱਚ ਇਹ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਪੰਜਾਬ ਦੇ ਵਿੱਚ 1 ਨਵੰਬਰ ਨੂੰ ਬਿਜਲੀ ਦਰਾਂ ਸਸਤੀਆਂ ਹੋਣ ਦਾ ਐਲਾਨ ਕੀਤਾ ਸੀ, ਉਹ ਹਕੀਕਤ ਦੇ ਵਿੱਚ ਲਾਗੂ ਨਹੀਂ ਹੋਇਆ ਸੀ। ਕਾਗਜ਼ਾਂ ਦੇ ਵਿੱਚ ਬਿਜਲੀ ਸਸਤੀ 1 ਦਸੰਬਰ ਤੋਂ ਹੀ ਦਿਖਾਈ ਗਈ ਸੀ। ਹੁਣ ਜਦੋਂ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਜਲੀ ਦੇ ਬਿੱਲ ਮਹਿੰਗੇ ਭਾਅ ਦੇ ਨਾਲ ਹੀ ਆ ਰਹੇ ਸੀ, ਉਸ ਤੋਂ ਬਾਅਦ ਸਰਕਾਰ ਨੇ ਨਵਾਂ ਐਲਾਨ ਦੁਬਾਰਾ ਕਰ ਦਿੱਤਾ ਕਿ 1 ਨਵੰਬਰ ਤੋਂ ਹੀ ਬਿਜਲੀ ਹੈ ਜਿਹੜੀ ਉਹ ਸਸਤੀ ਮਿਲੂਗੀ। ਪੰਜਾਬ ਕੈਬਨਿਟ ਨੇ 1 ਨਵੰਬਰ ਨੂੰ 7 ਕਿਲੋਵਾਟ ਤੱਕ ਵਾਲੇ ਘਰੇਲੂ ਖਪਤਕਾਰਾਂ ਨੂੰ ਬਿਜਲੀ ਦਰਾਂ ਦੇ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਛੋਟ ਦੇਣ ਦਾ ਫੈਸਲਾ ਲਿਆ ਸੀ। ਮੈਮੋਰੈਂਡਮ ਦੇ ਵਿੱਚ ਸਸਤੀ ਬਿਜਲੀ ਦਾ ਫੈਸਲਾ 1 ਦਸੰਬਰ ਤੋਂ ਲਾਗੂ ਹੋਣਾ ਸੀ। ਪਾਵਰਕਾਮ ਨੇ ਹਾਲੇ ਕੈਬਨਿਟ ਦਾ ਫੈਸਲਾ 1 ਦਸੰਬਰ ਤੋਂ ਹੀ ਲਾਗੂ ਕਰਨਾ ਸੀ। ਪਾਵਰਕਾਮ ਵੱਲੋਂ ਜੋ ਬਿਜਲੀ ਬਿੱਲ ਭੇਜੇ ਜਾ ਰਹੇ ਸੀ ਉਹਨਾਂ ਵਿੱਚ ਕਿਧਰੇ ਵੀ ਸਸਤੀ ਬਿਜਲੀ ਦੇ ਯੂਨਿਟ ਜਦੋਂ ਨਜ਼ਰ ਨਾ ਪਏ ਤਾਂ ਖਪਤਕਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸੋਸ਼ਲ ਮੀਡੀਆ ਤੇ ਸਰਕਾਰ ਖਿਲਾਫ ਪ੍ਰਚਾਰ ਵੀ ਸ਼ੁਰੂ ਹੋ ਗਿਆ। ਤੇ ਹੁਣ ਅੱਜ ਦੇ ਅਖਬਾਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਜਿਹੜੇ ਪੋਸਟਰ ਨੇ ਉਹ ਲੱਗੇ ਹੋਏ ਨੇ, ਜਿਨ੍ਹਾਂ ਤੇ ਲਿਖਿਆ ਹੋਇਆ ਹੈ ਕਿ ਪੰਜਾਬ ਸਰਕਾਰ 1 ਨਵੰਬਰ ਤੋਂ ਹੀ ਬਿਜਲੀ ਹੈ ਜਿਹੜੀ ਸਸਤੀ ਦੇ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਮਿਆਰੀ ਤੇ ਸਸਤੀ ਬਿਜਲੀ ਮੁਹੱਈਆ ਕਰਵਾਉਣ ਦਾ ਇੱਕ ਹੋਰ ਵਾਅਦਾ ਪੂਰਾ ਕੀਤਾ। ਇਹ ਜਿਹੜੇ ਵੱਡੇ ਇਸ਼ਤਿਹਾਰ ਨੇ ਅਖਬਾਰਾਂ ਦੇ ਵਿੱਚ ਲਾਏ ਜਾ ਰਹੇ ਨੇ। ਅਗਲੀ ਅਹਿਮ ਖਬਰ ਹੈ ਕਿ ਕੰਗਨਾ ਰਣੌਤ ਦੇ ਖਿਲਾਫ ਮੁੰਬਈ ਦੇ ਵਿੱਚ ਪਰਚਾ ਦਰਜ ਹੋ ਗਿਆ ਹੈ। DSGMC ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਇਹ ਪਰਚਾ ਦਰਜ ਹੋਇਆ ਹੈ। ਮੁੰਬਈ ਦੇ ਖਾਰ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸਿੱਖ ਧਰਮ ਦੀਆਂ ਭਾਵਨਾਵਾਂ ਭੜਕਾਉਣ ਦੇ ਖਿਲਾਫ ਪਰਚਾ ਦਰਜ ਹੋਇਆ। 295 ਇਹ ਧਾਰਾ ਲਾਈ ਗਈ ਹੈ ਤੇ ਜੇ ਪੁਲਿਸ ਹੈ ਜਿਹੜੀ ਇਮਾਨਦਾਰੀ ਦੇ ਨਾਲ ਕੰਮ ਕਰੇ ਤਾਂ ਕੰਗਨਾ ਦੀ ਇਸ ਕੇਸ ਦੇ ਵਿੱਚ ਗ੍ਰਿਫਤਾਰੀ ਹੈ ਜਿਹੜੀ ਉਹ ਹੋ ਸਕਦੀ ਹੈ। FIR ਦਿੱਲੀ ਸਮੇਤ ਮਹਾਰਾਸ਼ਟਰ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਦਰਜ ਕਰਵਾਈ ਗਈ ਹੈ। ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕੱਲ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਾਸੀਆਂ ਦੇ ਲਈ ਕਿਹੜੇ ਐਲਾਨ ਕੀਤੇ ਨੇ, ਕਿੱਥੇ ਸਿਆਸੀ ਜਿਹੜੇ ਨਿਸ਼ਾਨੇ ਕਿਹਦੇ ਤੇ ਲਾਏ ਗਏ ਨੇ ਉਹ ਸਾਰੀਆਂ ਦੱਸਾਂਗੇ। ਤੇ ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਲਜ਼ਾਮ ਲਾ ਰਹੇ ਨੇ ਕਿ ਕੈਪਟਨ ਦੀ ਬਾਦਲਾਂ ਦੇ ਨਾਲ ਮਿਲੀ ਭੁਗਤ ਹੈ। ਅਕਾਲੀ ਦਲ ਉੱਤੇ ਬਸਪਾ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਕਿ ਬਸਪਾ ਦੇ ਨਾਲ ਜਿਹੜਾ ਗੱਠਜੋੜ ਕੀਤਾ ਹੈ, ਧੋਖੇ ਨਾਲ ਉਹਨਾਂ ਨੂੰ ਉਹ ਸੀਟਾਂ ਦਿੱਤੀਆਂ ਗਈਆਂ ਨੇ ਜਿੱਤੇ ਉਹ ਜਿੱਤ ਨਹੀਂ ਸਕਦੇ। ਤੇ ਕੇਜਰੀਵਾਲ ਤੇ ਵੀ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਚੰਨੀ ਨੇ ਸਾਧੇ ਨੇ। ਕਹਿੰਦੇ ਕੇਜਰੀਵਾਲ ਵਾਂਗੂ ਮੈਂ ਫਾਰਮ ਨਹੀਂ ਭਰਦਾ, ਮੈਂ ਕੰਮ ਕਰਦਾ। ਤੇ ਉਧਰ ਕੈਪਟਨ ਅਮਰਿੰਦਰ ਨੇ ਵੀ ਉਲਟਾ ਵਾਰ ਕਰ ਦਿੱਤਾ। ਕਹਿੰਦੇ ਮੁੱਖ ਮੰਤਰੀ ਚੰਨੀ ਆਪਣੇ ਭਰਾ ਨੂੰ ਲੁਧਿਆਣਾ ਸਿਟੀ ਸੈਂਟਰ ਮਾਮਲੇ 'ਚ ਬਚਾਉਣ ਖਾਤਰ ਬਾਦਲਾਂ ਦੇ ਨਾਲ ਮਿਲ ਗਏ ਨੇ। ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੀ ਕਮੇਟੀ ਬਣਾਈ ਸੀ, ਉਸਦੇ ਇੱਕ ਮੈਂਬਰ ਅਨਿਲ ਘਣਵਤ ਨੇ ਖੇਤੀ ਕਾਨੂੰਨਾਂ ਦੀ ਰਿਪੋਰਟ ਜਨਤਕ ਕਰਨ ਦੇ ਲਈ ਚੀਫ ਜਸਟਿਸ NV ਰਾਮੰਨਾ ਨੂੰ ਚਿੱਠੀ ਲਿਖੀ ਹੈ ਤੇ ਨਾਲ ਹੀ ਇੱਕ ਹੋਰ ਵੀ ਐਲਾਨ ਕਰ ਦਿੱਤਾ ਹੈ ਕਿ ਖੇਤੀ ਖੇਤਰ ਦੇ ਵਿੱਚ ਸੁਧਾਰਾਂ ਦੀ ਤਾਂ ਲੋੜ ਹੈਗੀ ਹੈ। ਹੁਣ ਖੇਤੀ ਕਾਨੂੰਨ ਤਾਂ ਰੱਦ ਹੋ ਜਾਣਗੇ, ਪਰ ਇਹਨਾਂ ਸੁਧਾਰਾਂ ਦੇ ਲਈ ਅਸੀਂ 1 ਲੱਖ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਲਾਮਬੰਦ ਕਰਾਂਗੇ ਅਗਲੇ ਕੁਝ ਮਹੀਨਿਆਂ ਦੇ ਵਿੱਚ। ਉਧਰ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਜਿਹੜਾ ਇਹ ਪੈਨਲ ਬਣਾਇਆ ਸੀ ਸੁਪਰੀਮ ਕੋਰਟ ਦਾ, ਇਸ ਨੂੰ ਅਸੀਂ ਪਹਿਲਾਂ ਹੀ ਰੱਦ ਕਰ ਚੁੱਕੇ ਹਾਂ ਤੇ ਹੁਣ ਜਦੋਂ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਤਾਂ ਇਹ ਰਿਪੋਰਟ ਹੈ ਜਿਹੜੀ ਕੋਈ ਮਾਇਨੇ ਹੀ ਨਹੀਂ ਰੱਖਦੀ। ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ED ਦੇ ਖਿਲਾਫ ਸੁਖਪਾਲ ਖਹਿਰਾ ਹਾਈਕੋਰਟ ਵਿੱਚ ਪਹੁੰਚੇ ਤਾਂ ਹਾਈਕੋਰਟ ਨੇ ED ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। 29 ਨਵੰਬਰ ਨੂੰ ਜਵਾਬ ਮੰਗਿਆ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਖਪਾਲ ਖਹਿਰਾ ਦੇ ਪਰਿਵਾਰ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚੇ, ਜਿਸ ਤੋਂ ਬਾਅਦ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਅਸੀਂ ਵੀ ਪਿਛਲੇ ਦਿਨੀ ਖਬਰ ਚਲਾਈ ਸੀ ਕਿ ਕੋਈ ਵੀ ਕਾਂਗਰਸ ਦਾ ਵੱਡਾ ਲੀਡਰ ਸੁਖਪਾਲ ਖਹਿਰਾ ਦੇ ਹੱਕ ਦੇ ਵਿੱਚ ਕਿਉਂ ਨਹੀਂ ਖੜਿਆ ਤੇ ਸੁਖਪਾਲ ਖਹਿਰਾ ਵੀ ਪਿਛਲੀ ਪੇਸ਼ੀ ਤੇ ਕਾਂਗਰਸੀਆਂ ਦੇ ਖਿਲਾਫ ਉਬਲੇ ਸੀਗੇ, ਜਿਸ ਤੋਂ ਬਾਅਦ ਚੰਨੀ ਹੁਣ ਖਹਿਰਾ ਦੇ ਪਰਿਵਾਰ ਨੂੰ ਮਿਲ ਕੇ ਆਏ ਨੇ। ਜਲੰਧਰ ਦੇ ਵਿੱਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਕੋਠੀ ਘੇਰਨ ਜਾ ਰਹੇ B.Ed ਟੈਟ ਪਾਸ ਅਧਿਆਪਕਾਂ ਤੇ ਪੁਲਿਸ ਦੇ ਵਿਚਾਲੇ ਲੰਬਾ ਸਮਾਂ ਧੱਕਾ ਮੁੱਕੀ ਹੋਈ। ਅਧਿਆਪਕਾਂ ਨੇ ਕੁਝ ਦਿਨ ਪਹਿਲਾਂ ਹੀ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਸੀ। ਪੁਲਿਸ ਨੇ ਅਧਿਆਪਕਾਂ ਨੂੰ ਕੋਠੀ ਦੇ ਨੇੜੇ ਨਾ ਪਹੁੰਚਣ ਦੇਣ ਲਈ ਮੁੱਖ ਸੜਕ ਤੇ ਹੀ ਬੈਰੀਕੇਡ ਲਾ ਕੇ ਅਧਿਆਪਕਾਂ ਨੂੰ ਰੋਕੀ ਰੱਖਿਆ। ਤੇ ਅੱਜ ਦੀ ਇੱਕ ਹੋਰ ਖਬਰ ਖੇਤੀ ਕਾਨੂੰਨ ਰੱਦ ਕਰਨ ਨੂੰ ਲੈ ਕੇ ਜੁੜੀ ਹੋਈ ਹੈ। ਮੋਦੀ ਕੈਬਨਿਟ ਦੀ ਅੱਜ ਬੈਠਕ ਹੋਣ ਵਾਲੀ ਹੈ ਤੇ ਇਸ ਬੈਠਕ ਦੇ ਵਿੱਚ ਅੱਜ ਖੇਤੀ ਕਾਨੂੰਨ ਰੱਦ
ਰੱਦ ਕੀਤੇ ਜਾਣ ਦੀ ਰਣਨੀਤੀ ਤੇ ਵਿਚਾਰ ਹੋ ਸਕਦੀ ਹੈ। ਤੇ ਇਸ ਦੇ ਨਾਲ ਹੀ ਇੱਕ ਹੋਰ ਖਬਰ ਇਹ ਹੈ ਕਿ ਜਿਹੜਾ ਆਉਣ ਵਾਲਾ ਸੰਸਦ ਦਾ ਸੈਸ਼ਨ ਹੈਗਾ ਆ 29 ਤਰੀਕ ਨੂੰ ਸ਼ੁਰੂ ਹੋਣਾ ਹੈ, ਉਸ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਨ ਦੀ ਮੱਦ ਹੈ ਜਿਹੜੀ ਉਹ ਜੋੜ ਦਿੱਤੀ ਗਈ ਹੈ। 25 ਨੰਬਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਸੰਸਦ ਦੇ ਵਿੱਚ, ਇਸ ਸੈਸ਼ਨ ਦੇ ਵਿੱਚ ਕੀ ਕੁਝ ਹੋਣਾ ਹੈ, ਉਸ ਦੀ ਸਾਰੀ ਜਿਹੜੀ ਲਿਸਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਤੇ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਦੇ ਵਿੱਚ ਇਹ ਮੁੱਦਾ ਚੱਕਿਆ ਜਾਵੇਗਾ। ਜੋ ਵੀ ਪਾਰਲੀਮੈਂਟ ਦੇ ਵਿੱਚ ਮੁੱਦੇ ਡਿਸਕਸ ਹੋਣੇ ਹੁੰਦੇ ਨੇ ਸਰਕਾਰ ਦੇ ਵੱਲੋਂ, ਉਹਨਾਂ ਦੀ ਲਿਸਟ ਹੈ ਜਿਹੜੀ ਸੂਚੀ ਉਹ ਜਾਰੀ ਕੀਤੀ ਜਾਂਦੀ ਹੁੰਦੀ ਹੈ ਤੇ ਇਸ ਦੇ ਵਿੱਚ ਲਿਖਿਆ ਹੋਇਆ ਦ ਫਾਰਮ ਲਾਜ਼ ਰਿਪੀਲ ਬਿੱਲ 2021। ਇਹਦੇ ਵਿੱਚ ਦੱਸਿਆ ਗਿਆ ਹੈ ਡਿਟੇਲ ਦੇ ਵਿੱਚ ਕਿ ਇਹ ਜਿਹੜਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਐਕਟ 2020 ਤੇ ਬਾਕੀ ਜਿਹੜੇ ਤਿੰਨੇ ਕਾਨੂੰਨ ਨੇ, ਐਸੈਂਸ਼ੀਅਲ ਕਮੋਡਿਟੀਜ਼ ਐਕਟ ਤੇ ਦੂਸਰਾ ਹੈਗਾ ਜਿਹੜਾ ਫਾਰਮਰਸ ਐਗਰੀਮੈਂਟ ਆਫ ਪ੍ਰਾਈਸ ਅਸ਼ੋਰੈਂਸ ਫਾਰਮ ਸਰਵਿਸਿਜ਼ ਐਕਟ 2020, ਇਹ ਸਾਰੇ ਨੇ ਜਿਹੜੇ ਉਹ ਰੱਦ ਕਰ ਦਿੱਤੇ ਜਾਣਗੇ। ਸਾਫ਼ ਤੌਰ ਤੇ ਲਿਖਿਆ ਹੋਇਆ ਇੰਟਰੋਡਕਸ਼ਨ, ਕੰਸੀਡਰੇਸ਼ਨ ਐਂਡ ਪਾਸਿੰਗ, ਯਾਨੀ ਕਿ ਰੱਦ ਕਰਨ ਦਾ ਬਿੱਲ ਪਾਸ ਕੀਤਾ ਜਾਵੇਗਾ। ਕਿਸਾਨਾਂ ਦੇ ਨਾਲ ਸਰਕਾਰ ਤੇ ਪ੍ਰਸ਼ਾਸਨ ਦੇ ਧੱਕੇ ਦੀ ਇੱਕ ਖਬਰ ਤੁਹਾਨੂੰ ਡੱਬ ਵਾਲੀ ਤੋਂ ਦੱਸਦੇ ਹਾਂ, ਜਿੱਥੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇ ਨੈਸ਼ਨਲ ਹਾਈਵੇ 754 ਦੇ ਵਾਸਤੇ ਗ੍ਰਹਿਣ ਕੀਤੀ ਕਰੀਬ 800 ਏਕੜ ਜ਼ਮੀਨ ਦੇ ਘੱਟ ਮੁਆਵਜ਼ੇ ਦੇ ਖਿਲਾਫ 9 ਪਿੰਡਾਂ ਦੇ ਕਿਸਾਨ ਸੰਘਰਸ਼ ਨੂੰ ਜ਼ੋਰ ਜ਼ਬਰ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। NHIA ਅਤੇ ਪ੍ਰਸ਼ਾਸਨ ਨੇ ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਤੇ ਸਿਰਸਾ ਪੁਲਿਸ ਦੇ ਲਗਭਗ 1000 ਮੁਲਾਜ਼ਮਾਂ ਸਮੇਤ ਹੋਰ ਸਰਕਾਰੀ ਵਿਉਂਤਬੰਦ ਪ੍ਰਬੰਧਾਂ ਦੀ ਘੇਰਾਬੰਦੀ ਤਹਿਤ ਸਖਤਾ ਖੇੜਾ ਪਿੰਡ ਨੇੜੇ ਜ਼ਮੀਨ ਦਾ ਕਬਜ਼ਾ ਲੈ ਕੇ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ। ਯਾਨੀ ਕਿ ਸਰਕਾਰ ਨੇ ਕਿਸਾਨਾਂ ਕੋਲੋਂ ਜ਼ਮੀਨ ਦਾ ਕਬਜ਼ਾ ਧੱਕੇ ਨਾਲ ਲੈ ਲਿਆ। 1000 ਸੁਰੱਖਿਆ ਕਰਮੀ ਇੱਥੇ ਤੈਨਾਤ ਰਹੇ। ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਰਿਹਾ ਕਰ ਦਿੱਤਾ ਗਿਆ। ਕਿਸਾਨਾਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਡੱਬ ਵਾਲੀ ਹਲਕੇ ਦੇ 9 ਪਿੰਡ ਚੌਟਾਲਾ, ਆਸਾ ਖੇੜਾ, ਅਬੁੱਬ ਸ਼ਹਿਰ, ਸਕਤਾ ਖੇੜਾ, ਸੁਖੇਰਾ ਖੇੜਾ, ਸ਼ੇਰਗੜ੍ਹ, ਜੋਗੇਵਾਲਾ, ਅਲੀਕਾਂ ਤੇ ਪਿੰਡ ਡੱਬ ਵਾਲੀ ਚੋਂ 800 ਕਰੋੜ ਦੀ ਲਾਗਤ ਨਾਲ 34 ਕਿਲੋਮੀਟਰ ਐਕਸਪ੍ਰੈਸ ਵੇ ਲੰਘਣਾ ਹੈ। ਇਸ ਦੀ ਚੌੜਾਈ ਹੈ ਜਿਹੜੀ 45 ਮੀਟਰ ਸੀ, ਜਿਸ ਨੂੰ ਵਧਾ ਕੇ ਹੁਣ 60 ਮੀਟਰ ਕਰ ਦਿੱਤਾ ਗਿਆ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ ਜ਼ਮੀਨ ਗ੍ਰਹਿਣ ਖਾਤਰ 172 ਕਰੋੜ ਰੁਪਏ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਦੇ ਵਿੱਚ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ DGP ਸਮੇਤ ਹੋਰ ਵੱਡੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਪੁਲਿਸ ਤੇ ਕੋਈ ਵੀ ਸਿਆਸੀ ਦਬਾਅ ਨਹੀਂ ਹੋਵੇਗਾ। ਮੀਟਿੰਗ ਤੋਂ ਬਾਅਦ ਰੰਧਾਵਾ ਨੇ ਦੱਸਿਆ ਕਿ ਜਿਵੇਂ ਨੀਮ ਫੌਜੀ ਬਲਾਂ ਨੇ ਸਰਹੱਦ ਉੱਤੇ ਦੂਜੀ ਸੁਰੱਖਿਆ ਪੰਕਤੀ ਕਾਇਮ ਕੀਤੀ ਹੈ, ਉਸੇ ਤਰਜ਼ ਤੇ ਪੰਜਾਬ ਪੁਲਿਸ ਵੱਲੋਂ ਵੀ ਇੱਕ ਰੱਖਿਆ ਪੰਕਤੀ ਬਣਾਈ ਜਾਵੇਗੀ ਤੇ ਪੰਜਾਬ ਦੇ ਵਿੱਚ ਉਹ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ, ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਕੇਂਦਰ ਸਰਕਾਰ ਦਾ ਫੈਸਲਾ ਲਾਗੂ ਹੁੰਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ BSF ਦਾ ਜਿਹੜਾ ਦਾਇਰਾ ਵਧਾ ਦਿੱਤਾ ਗਿਆ ਹੈ, ਉਸ ਦੇ ਤਹਿਤ ਹੁਣ BSF ਦੀਆਂ ਟੁਕੜੀਆਂ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਆ ਕੇ ਉਤਰਨ ਲੱਗੀਆਂ ਨੇ, ਤੈਨਾਤ ਹੋ ਗਈਆਂ ਨੇ। ਰੰਧਾਵਾ ਨੇ ਪੁਲਿਸ ਅਧਿਕਾਰੀਆਂ ਨੂੰ ਮੈਡੀਕਲ ਸਟੋਰਾਂ ਦੇ ਵਿੱਚ ਵਿਕਦਾ ਨਸ਼ਾ ਵੀ ਸਖਤੀ ਨਾਲ ਰੋਕਣ ਦੀ ਹਦਾਇਤ ਕੀਤੀ ਹੈ। ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਯਾਦਗਾਰ ਬਣਾਉਣ ਦਾ ਵੀ ਐਲਾਨ ਕੀਤਾ ਹੈ। ਰੰਧਾਵਾ ਕੱਲ ਸ਼ਾਮ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਘਰ ਜਾ ਕੇ ਪਤੀ ਕਿਰਪਾਲ ਬਾਵਾ ਤੇ ਧੀ ਗਲੋਰੀ ਬਾਵਾ ਨੂੰ ਮਿਲੇ ਤੇ ਦੁੱਖ ਸਾਂਝਾ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਦਫ਼ਤਰੀ ਮੁਲਾਜ਼ਮਾਂ ਨੇ ਸਿੱਖਿਆ ਭਵਨ ਦੇ ਬਾਹਰ ਪੱਕਾ ਧਰਨਾ ਲਾ ਦਿੱਤਾ ਹੈ। ਸੂਬਾ ਸਰਕਾਰ ਦੇ ਖਿਲਾਫ ਵਾਅਦਾ ਖਿਲਾਫੀ ਦਾ ਦੋਸ਼ ਲਾਇਆ ਹੈ ਅਤੇ ਭੁੱਖ ਹੜਤਾਲ ਸ਼ੁਰੂ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣਗੇ ਤੇ ਇਹ ਆਸ ਜਤਾਈ ਜਾ ਰਹੀ ਹੈ ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਵੱਲੋਂ ਕਿ ਘਾਟੇ ਵਿੱਚ ਚੱਲ ਰਹੀ ਯੂਨੀਵਰਸਿਟੀ ਦੀ ਕਰਜ਼ਾ ਮਾਫੀ ਦਾ ਐਲਾਨ ਚੰਨੀ ਕਰ ਸਕਦੇ ਨੇ। ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਵੋਟਾਂ ਖਾਤਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਮਜੀਠੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਐਲਾਨ ਤੇ ਵਾਅਦੇ ਬਿਲਕੁਲ ਖੋਖਲੇ ਨੇ। ਕੱਚੇ ਤੇ ਬੇਰੁਜ਼ਗਾਰ ਮੁਲਾਜ਼ਮਾਂ ਨੂੰ ਜਿੱਥੇ ਸਰਕਾਰ ਕੋਈ ਵੀ ਰਾਹਤ ਨਹੀਂ ਦੇ ਰਹੀ, ਉੱਥੇ ਹੀ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਵੀ ਗਾਜ ਡਿੱਗੀ ਹੈ। ਉਹਨੂੰ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤੈਨਾਤੀਆਂ ਤੇ ਮੁਕੰਮਲ ਰੋਕ ਲਾ ਦਿੱਤੀ ਹੈ। ਇਸ ਸੰਬੰਧੀ ਪਾਲਿਸੀ ਤਹਿਤ ਪਿਛਲੇ ਸਮੇਂ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਤੇ ਤੈਨਾਤੀਆਂ ਕਰਨ ਦਾ ਸਮਾਂ ਵਧਾਇਆ ਗਿਆ ਸੀ ਤੇ ਹੁਣ ਹਦਾਇਤ ਹੋਈ ਹੈ ਕਿ ਸੂਬੇ ਦੇ ਵਿੱਚ ਬਦਲੀਆਂ ਅਤੇ ਤੈਨਾਤੀਆਂ ਤੇ ਸੰਪੂਰਨ ਰੋਕ ਲਾਈ ਜਾਂਦੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲੀ ਖਬਰ ਉਸ ਮੀਡੀਆ ਅਦਾਰੇ ਦੇ ਨਾਲ ਜੁੜੀ ਹੋਈ ਹੈ ਜਿਸ ਨੇ ਹੁਣ ਤੱਕ ਕਿਸਾਨਾਂ ਦੇ ਲਈ, ਕਿਸਾਨੀ ਸੰਘਰਸ਼ ਦੇ ਲਈ ਜ਼ਹਿਰ ਹੀ ਉਗਲਿਆ ਹੈ।
ਭਾਰਤ ਸਰਕਾਰ ਦੀ ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਟੀ ਨੇ ਜ਼ੀ ਨਿਊਜ਼ ਦੇ ਖਿਲਾਫ ਮਿਲੀ ਇੱਕ ਸ਼ਿਕਾਇਤ ਨੂੰ ਗੰਭੀਰਤਾ ਦੇ ਨਾਲ ਲਿਆ ਹੈ, ਜਿਸ ਤੋਂ ਬਾਅਦ ਮੀਡੀਆ ਘਰਾਂ ਨੂੰ ਤਾੜਨਾ ਵੀ ਦਿੱਤੀ ਹੈ। ਸ਼ਿਕਾਇਤ ਦੇ ਮੁਤਾਬਿਕ ਜ਼ੀ ਨਿਊਜ਼ ਨੇ 19, 20 ਤੇ 26 ਜਨਵਰੀ ਨੂੰ 2021 ਦੇ ਵਿੱਚ ਕਿਸਾਨੀ ਅੰਦੋਲਨ ਨਾਲ ਸੰਬੰਧਿਤ 2 ਇਤਰਾਜ਼ਯੋਗ ਪ੍ਰੋਗਰਾਮ ਪ੍ਰਸਾਰਿਤ ਕੀਤੇ ਸੀ। ਇਹਨਾਂ 2 ਪ੍ਰੋਗਰਾਮਾਂ ताल ठोक के खालिस्तान से कब सावधान होगा किसान ते दूसरा प्रोग्राम रिपब्लिक डे पर होगा गृह युद्ध। ਇਹਦੇ ਵਿੱਚ ਜ਼ੀ ਨਿਊਜ਼ ਨੇ ਅਥਾਰਟੀ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਸੀ। ਇਸ ਤੇ ਇਤਰਾਜ਼ ਜਿਹੜਾ ਉਹ ਲਾਇਆ ਗਿਆ। ਅਥਾਰਟੀ ਨੇ ਸਖਤੀ ਦੇ ਨਾਲ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਕੋਈ ਵੀ ਅਜਿਹੀ ਰਿਪੋਰਟਿੰਗ ਨਾ ਕੀਤੀ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਡਰ, ਤਣਾਅ ਤੇ ਹਫੜਾ ਦਫੜੀ ਮਚ ਜਾਵੇ। ਇਹ ਵੀ ਕਿਹਾ ਗਿਆ ਕਿ ਅਜਿਹੀਆਂ ਖਬਰਾਂ ਦੀ ਚੋਣ ਕਰਨ ਤੋਂ ਗੁਰੇਜ਼ ਕੀਤਾ ਜਾਵੇ ਜਿਹਦੇ ਨਾਲ ਵਿਵਾਦਿਕ ਜਨਤਕ ਮੁੱਦੇ ਭਖ ਜਾਣ। ਖਬਰ ਦੇ ਲਈ ਸੂਚਨਾ ਇੱਕ ਤੋਂ ਵਧੇਰੇ ਸਰੋਤਾਂ ਤੋਂ ਇਕੱਠੀ ਕੀਤੀ ਜਾਵੇ ਤਾਂ ਚੰਗਾ ਹੋਊਗਾ। ਖਬਰ ਵਿਚਲੇ ਤੱਥ ਸਿਰਫ ਕਿਸੇ ਇੱਕ ਦੇ ਵਿਚਾਰ ਨਹੀਂ ਹੋਣੇ ਚਾਹੀਦੇ, ਬਿਆਨ ਕਿਸੇ ਇੱਕ ਦੇ ਨਹੀਂ ਹੋਣੇ ਚਾਹੀਦੇ। ਛਾਣਬੀਣ ਤੇ ਆਧਾਰਿਤ ਖਬਰ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਪ੍ਰੋਗਰਾਮ ਪ੍ਰਸਾਰਿਤ ਕਰਨ ਤੋਂ ਪਹਿਲਾਂ ਗਲਤੀਆਂ ਨੂੰ ਦਰੁਸਤ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾੜਨਾ ਕੀਤੀ ਗਈ ਹੈ। ਸੰਤੁਲਿਤ ਰਿਪੋਰਟਿੰਗ ਦੇ ਲਈ ਪੱਖਪਾਤ ਤੋਂ ਬਚਿਆ ਜਾਵੇ, ਇਹ ਵੀ ਕਿਹਾ ਗਿਆ ਤੇ ਅਜਿਹੇ ਪ੍ਰੋਗਰਾਮ ਪ੍ਰਸਾਰਿਤ ਕਰਨ ਦੇ ਲਈ ਕਿਹਾ ਗਿਆ ਜਿਹਦੇ ਨਾਲ ਲੋਕਾਂ ਦੇ ਵਿੱਚ ਵਿਸ਼ਵਾਸ ਵਧੇ। ਸ਼ਿਕਾਇਤ ਦੇ ਵਿੱਚ ਦੋਸ਼ ਇਹ ਲਾਇਆ ਗਿਆ ਕਿ ਦੋਵੇਂ ਪ੍ਰੋਗਰਾਮ ਬਿਨਾਂ ਪਰਪੱਕਤਾ ਤੋਂ ਹੀ ਪ੍ਰਸਾਰਿਤ ਕੀਤੇ ਗਏ, ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਪੱਤਰਕਾਰਤਾ ਦੇ ਅਸੂਲਾਂ ਤੇ ਖਰੇ ਨਹੀਂ ਉਤਰਦੇ ਸੀ। ਅਥਾਰਟੀ ਦੇ ਵੱਲੋਂ ਭਵਿੱਖ ਵਿੱਚ ਜ਼ੀ ਟੀਵੀ ਸਮੇਤ ਦੂਸਰੇ ਸਾਰੇ ਮੀਡੀਆ ਅਦਾਰਿਆਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਸਖਤ ਤਾੜਨਾ ਜਿਹੜੀ ਉਹ ਕੀਤੀ ਗਈ ਹੈ। ਇਸ ਤਾੜਨਾ ਤੋਂ ਬਾਅਦ ਟਰੈਕਟਰ ਟੂ ਟਵਿੱਟਰ ਨੇ ਵੀ ਟਵੀਟ ਕੀਤੇ ਨੇ ਅਤੇ ਇਸ ਖਬਰ ਦੀ ਜਿਹੜੀ ਸੂਚਨਾ ਹੈ ਸਭ ਤੋਂ ਪਹਿਲਾਂ ਟਰੈਕਟਰ ਟੂ ਟਵਿੱਟਰ ਨੇ शायद मीडिया दे विच लैके आंदी है ते उन्होंने ये भी लिखा है कि किसी वेले हैशटैग जी दलाल मोदी का ये किसानां दे वल्लों चलाया गया सी ते ट्रैक्टर टू ट्विटर ने उस मुहिम नूं काफ़ी हुलारा दिता सी ते उस तो बाद ट्रैक्टर टू ट्विटर ते कानूनी जिहड़ी कार्रवाई है वो कीते जाण दा जिहड़ा दावा है वो भी इस चैनल दे वल्लों कुछ चैनलों दे वल्लों जिहड़ा वो ठोकिया गया है। किसान मोर्चे ने भी इस ते प्रतिक्रम दिता है। किसान मोर्चे ने दस्सिया है अपने प्रैस बयान दे विच कि एक कौमी चैनल नूं किसानां नूं खालिस्तानियां वजों पेश करन ते नसीहत दित्ती गई है ते हुक्म कीता गया है ब्रॉडकास्टिंग मिनिस्ट्री दे वल्लों, ब्रॉडकास्टिंग जिहड़ी अथॉरिटी है उस दे वल्लों कि ਜਿਹੜੀਆਂ ਉਹ ਵੀਡੀਓਜ਼ ਹੈਗੀਆਂ ਨੇ ਉਹਨਾਂ ਨੂੰ ਹਰ ਵੈਬਸਾਈਟ ਤੋਂ ਅਤੇ ਹਰ ਚੈਨਲ ਤੋਂ ਹਟਾ ਦਿੱਤਾ ਜਾਵੇ ਜਿੱਥੇ ਵੀ ਇਹਨਾਂ ਨੇ ਉਹ ਵੀਡੀਓ ਚਲਾਈ ਹੈ। ਸੋ ਇਹ ਦੋਵੇਂ ਪ੍ਰੋਗਰਾਮ ਨੇ ਜਿਹੜੇ ਜ਼ੀ ਦੇ ਉਹ ਹਟਾਏ ਜਾਣੇ ਚਾਹੀਦੇ ਨੇ। ਬ੍ਰਾਡਕਾਸਟਿੰਗ ਅਥਾਰਟੀ ਦੇ ਹੁਕਮਾਂ ਤੋਂ ਬਾਅਦ ਜੇ ਕਿਤੇ ਵੀ ਤੁਹਾਨੂੰ ਦਿਖਦੇ ਨੇ ਤੁਸੀਂ ਬ੍ਰਾਡਕਾਸਟਿੰਗ ਅਥਾਰਟੀ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ। ਤੇ ਉਧਰ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ, ਕਿਸਾਨਾਂ ਦੇ ਦਿੱਲੀ ਮੋਰਚੇ ਨੇ ਉਹ ਕਾਫੀ ਜਲੌ ਦੇ ਵਿੱਚ ਦਿਖਾਈ ਦੇ ਰਹੇ ਨੇ। ਲੋਕਾਂ ਦੀ ਗਿਣਤੀ ਹੈ ਉੱਥੇ ਵੱਧ ਗਈ ਹੈ, ਸ਼ਮੂਲੀਅਤ ਵੱਧ ਗਈ ਹੈ। 23, 24 ਤੇ 25 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਦੇ ਕਾਫਲੇ ਨੇ ਜਿਹੜੇ ਉਹ ਦਿੱਲੀ ਦੇ ਮੋਰਚਿਆਂ ਤੇ ਇਕੱਠੇ ਹੋ ਰਹੇ ਨੇ। 26 ਨਵੰਬਰ ਨੂੰ ਵਰ੍ਹੇਗੰਢ ਮਨਾਈ ਜਾਏਗੀ। 12 ਮਹੀਨੇ ਪੂਰੇ ਹੋਣ ਦੇ ਜਿਹੜੇ ਸਮਾਗਮ ਮਨਾਏ ਜਾਣਗੇ ਉਸ ਦੀਆਂ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ। 25 ਨਵੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦਿਵਸ ਮਨਾਏ ਜਾਣ ਦੇ ਲਈ ਹੈਦਰਾਬਾਦ ਦੇ ਵਿੱਚ ਇੱਕ ਵੱਡਾ ਧਰਨਾ ਦਿੱਤਾ ਜਾ ਰਿਹਾ ਹੈ। 24 ਨਵੰਬਰ ਨੂੰ ਸਰ ਛੋਟੂ ਰਾਮ ਦੀ ਜਯੰਤੀ ਹੈ ਜਿਹੜੀ ਉਹ ਕਿਸਾਨ ਮਜ਼ਦੂਰ ਦਿਵਸ ਦੇ ਵਜੋਂ ਮਨਾਈ ਜਾਵੇਗੀ। किसान मोर्चे ने भी दस्सिया है कि सिर्फ पंजाब, भारत ही नहीं बल्कि यूके, फ्रांस, आस्ट्रेलिया, कैनेडा, नीदरलैंड ते अमेरिका दे विच भी कई थावां ते भारतीय किसानां दे विरोध प्रदर्शनां दे समर्थन दे विच प्रवासी हैगे ने जिहड़े उत्थे प्रवासी भारती वास्ते ने, खास करके सिख भाईचारा उन्हां दे नाल कौमांतरी जथेबंदियां भी प्रोग्रामां दे जिहड़े आयोजन ने वो कर रहीआं ने। जी न्यूज़ ਨੂੰ ਜਿੱਥੇ ਬ੍ਰਾਡਕਾਸਟਿੰਗ ਮਿਨਿਸਟਰੀ ਦੀ ਤਿੱਖੀ ਝਾੜ ਪਈ ਹੈ ਉੱਥੇ ਜੀ ਨਿਊਜ਼ ਦੇ ਸਭ ਤੋਂ ਸੀਨੀਅਰ ਪੱਤਰਕਾਰ ਸੁਧੀਰ ਚੌਧਰੀ ਨੂੰ ਵੀ ਝਟਕਾ ਦਿੱਤਾ ਹੈ। ਦੁਬਈ ਦੌਰਾ ਜਿਹੜਾ ਰੱਦ ਹੋ ਗਿਆ ਹੈ ਸੁਧੀਰ ਚੌਧਰੀ ਦਾ। ਨਮੋਸ਼ੀ ਦਾ ਸਾਹਮਣਾ ਸੁਧੀਰ ਚੌਧਰੀ ਨੂੰ ਉਸ ਵਕਤ ਕਰਨਾ ਪਿਆ ਹੈ ਜਦੋਂ ਦੁਬਈ ਚਾਰਟਰਡ ਅਕਾਊਂਟੈਂਟਸ ਦੇ ਪ੍ਰੋਗਰਾਮ ਤੇ ਬੁਲਾਰੇ ਵਜੋਂ ਸੁਧੀਰ ਚੌਧਰੀ ਜਾ ਰਹੇ ਸੀ ਤਾਂ ਦੁਬਈ ਦੀ ਰਾਜਕੁਮਾਰੀ ਨੇ ਸੁਧੀਰ ਚੌਧਰੀ ਨੂੰ ਅੱਤਵਾਦੀ ਐਲਾਨਦਿਆਂ ਮੁਸਲਮਾਨਾਂ, ਸਿੱਖਾਂ ਤੇ ਦਲਿਤਾਂ ਦੇ ਕਤਲੇਆਮ ਦਾ ਭਾਗੀਦਾਰ ਦੱਸਿਆ। ਇਸ ਕਰਕੇ ਸੁਧੀਰ ਦਾ ਦੁਬਈ दौरा रद्द हो गया। राजकुमारी दे इस प्रतिक्रम तो बाद सुधीर चौधरी का नाम दौरे विचों कट दिता गया है। राजकुमारी ने यह ट्वीट किया सी।
ਟਵੀਟ ਕਰਕੇ ਕਿਹਾ ਕਿ ਜਦੋਂ ਕੋਈ ਅਪਰਾਧੀ ਸਮਾਜ ਦੇ ਵਿੱਚ ਜ਼ਹਿਰ ਉਗਲਦਾ ਹੈ ਤਾਂ ਉਹ ਹਿੰਸਾ ਨੂੰ ਸੱਦਾ ਦਿੰਦਾ ਹੈ, ਜਿਹਦੇ ਨਾਲ ਘਰਾਂ, ਕਾਰੋਬਾਰਾਂ ਤੇ ਮਸੀਤਾਂ ਨੂੰ ਸਾੜ ਦਿੱਤਾ ਜਾਂਦਾ ਹੈ। ਮੈਂ UAE ਦੇ ਵਿੱਚ ਅਜਿਹੀ ਨਫ਼ਰਤ ਦਾ ਸਵਾਗਤ ਨਹੀਂ ਕਰਾਂਗੀ। ਸ਼ਹਿਜ਼ਾਦੀ ਨੇ ਸਵਾਲ ਕੀਤਾ ਹੈ ਕਿ UAE ਇਸ ਤਰ੍ਹਾਂ ਦੇ ਅੱਤਵਾਦੀ ਨੂੰ ਇੱਥੇ ਕਿਉਂ ਲਿਆ ਰਹੀ ਹੈ। ਉਸਨੇ ਲਿਖਿਆ ਕਿ 2019 ਤੇ 2020 ਵਿੱਚ ਸੁਧੀਰ ਚੌਧਰੀ ਨੇ ਜ਼ੀ ਨਿਊਜ਼ ਤੇ ਸਿਟੀਜ਼ਨਸ਼ਿਪ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਸਲਮਾਨਾਂ ਦੇ ਖਿਲਾਫ ਜ਼ਹਿਰ ਉਗਲਣ ਵਾਲੇ ਪ੍ਰੋਗਰਾਮ ਚਲਾਏ ਸੀ। ਸੁਧੀਰ ਨੇ ਸ਼ਾਹੀਨ ਬਾਗ, ਨਵੀਂ ਦਿੱਲੀ ਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਪ੍ਰਦਰਸ਼ਨ ਕਰ ਰਹੇ ਮੁਸਲਿਮ ਵਿਦਿਆਰਥੀਆਂ ਤੇ ਔਰਤਾਂ ਦੇ ਖਿਲਾਫ ਝੂਠੀਆਂ ਕਹਾਣੀਆਂ ਫੈਲਾਈਆਂ ਸੀ। ਸੁਧੀਰ ਚੌਧਰੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਦੁਬਈ ਆਉਣ ਦਾ ਕੋਈ ਹੱਕ ਨਹੀਂ ਹੈ। ਸੋ ਜ਼ੀ ਨਿਊਜ਼ ਅਦਾਰੇ ਸਮੇਤ ਜ਼ੀ ਨਿਊਜ਼ ਦੇ ਇਸ ਵੱਡੇ ਪੱਤਰਕਾਰ ਨੂੰ ਤਿੱਖਾ ਝਟਕਾ ਲੱਗਿਆ ਹੈ ਤੇ ਇਹ ਹੁੰਦਾ ਹੈ ਉਹ ਸਮਾਂ ਜਦੋਂ ਤੁਸੀਂ ਇੱਕ ਜ਼ਿੰਮੇਦਾਰ ਥਾਂ ਦੇ ਉੱਤੇ ਖੜ ਕੇ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ। ਮੀਡੀਆ ਲੋਕਾਂ ਦੇ ਹੱਕ ਦੀ, ਲੋਕਾਂ ਦੀ ਗੱਲ ਕਰਨ ਦੇ ਲਈ ਲਿਆਂਦਾ ਗਿਆ ਹੈ। ਇਸ ਨੂੰ ਲੋਕਤੰਤਰ ਦਾ ਥੰਮ ਕਿਹਾ ਜਾਂਦਾ ਹੈ ਤੇ ਜੇ ਤੁਸੀਂ ਇਸ ਥੰਮ ਦੀ ਗਲਤ ਵਰਤੋਂ ਕਰਦੇ ਹੋ, ਜੇ ਤੁਸੀਂ ਸਰਕਾਰਾਂ ਦੇ ਤਲੇ ਚੱਟ ਕੇ, ਉਹਨਾਂ ਦੀਆਂ ਤਲੀਆਂ ਚੱਟ ਕੇ ਤੁਸੀਂ ਉਹਨਾਂ ਦੇ ਹੀ ਪ੍ਰੋਗਰਾਮ ਦਿਖਾਉਂਦੇ ਹੋ, ਆਪਣੇ ਪ੍ਰੋਗਰਾਮਾਂ ਦੇ ਵਿੱਚ ਝੂਠੀ ਪ੍ਰਸ਼ੰਸਾ ਕਰਦੇ ਹੋ, ਤਾਂ ਫਿਰ ਇੱਕ ਨਾ ਇੱਕ ਦਿਨ ਤੁਹਾਨੂੰ ਇਹ ਦਿਨ ਦੇਖਣਾ ਪੈ ਹੀ ਜਾਂਦਾ ਹੈ। ਉਧਰ ਕੰਗਣਾ ਰਣੌਤ ਦੇ ਘਰ ਦੇ ਬਾਹਰ ਵੀ ਕਿਸਾਨ ਪਹੁੰਚ ਗਏ ਨੇ। ਕਿਸਾਨਾਂ ਨੇ ਕੰਗਣਾ ਰਣੌਤ ਨੇ ਮੁੰਬਈ ਵਾਲੇ ਘਰ ਦਾ ਘਿਰਾਓ ਕੀਤਾ ਹੈ। ਆਖਿਰਕਾਰ ਉੱਥੇ ਵੀ ਕਿਸਾਨ ਪਹੁੰਚ ਗਏ ਨੇ। ਇੱਕ ਦਿਨ ਪਹਿਲਾਂ DSGMC ਦੇ ਜਿਹੜੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੁੰਬਈ ਦੇ ਵਿੱਚ ਜਾ ਕੇ ਕੰਗਣਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਕਿਸਾਨ ਤਾਂ ਕਹਿੰਦੇ ਨੇ ਕਿ ਇਸ ਨੂੰ ਜ਼ਿਆਦਾ ਭਾਅ ਦੇਣ ਦੀ ਲੋੜ ਹੀ ਨਹੀਂ ਹੈ, ਇਸ ਨੂੰ ਇਗਨੋਰ ਕੀਤਾ ਜਾਵੇ, ਪਰ ਪ੍ਰਦਰਸ਼ਨਕਾਰੀ ਕਿਸਾਨ ਜਿਹੜੇ ਹੈਗੇ ਨੇ ਕੰਗਣਾ ਰਣੌਤ ਤੋਂ ਸਿੱਖਾਂ ਦੇ ਲਈ ਬੋਲੀ ਮਾੜੀ ਭਾਸ਼ਾ ਵਾਪਸ ਲੈਣ ਦੀ ਮੰਗ ਵੀ ਕਰ ਰਹੇ ਨੇ। ਕਿਸਾਨਾਂ ਵਿੱਚ ਕੰਗਣਾ ਦੇ ਉਸ ਬਿਆਨ ਨੂੰ ਲੈ ਕੇ ਭਾਰੀ ਰੋਸ ਹੈ ਜਿਸ ਵਿੱਚ ਉਸਨੇ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਜਿਹੜੀ ਇੰਦਰਾ ਗਾਂਧੀ ਦੇ ਵੱਲੋਂ ਸਿੱਖਾਂ ਨੂੰ ਮੱਛਰ ਦੀ ਤਰ੍ਹਾਂ ਕੁਚਲ ਦੇਣ ਦੀ ਬੇਤੁਕੀ ਗੱਲ ਕਹੀ ਗਈ ਸੀ। ਕਿਸਾਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ 1984 ਲਈ ਸਿੱਖਾਂ ਤੋਂ ਮਾਫੀ ਮੰਗਦੀ ਹੈ। ਕੰਗਣਾ ਰਣੌਤ ਤੂੰ ਕੀ ਚੀਜ਼ ਹੈ, ਤੂੰ ਵੀ ਜਾਣਦੀ ਹੈ। ਤੂੰ ਅੱਜ ਸਿੱਖਾਂ ਨੂੰ ਲਲਕਾਰਿਆ, ਸਾਨੂੰ ਮੱਛਰ ਕਿਹਾ, ਇਸ ਲਈ ਅੱਜ ਤੂੰ ਮੌਰਟਿਨ ਗੁੱਡ ਨਾਈਟ ਲੈ ਕੇ ਆ। ਅੱਜ ਸ਼ੇਰ ਤੇਰੇ ਘਰ ਆਇਆ, ਹਿੰਮਤ ਹੈ ਤਾਂ ਥੱਲੇ ਆ ਕੇ ਵਿਖਾ। ਅੱਜ ਜਾਂ ਤਾਂ ਤੂੰ ਨਹੀਂ ਜਾਂ ਫਿਰ ਅਸੀਂ ਨਹੀਂ। ਇਸ ਤਰ੍ਹਾਂ ਦੀ ਜਿਹੜੇ ਡਾਇਲੌਗ ਨੇ ਉਹ ਉਹਨਾਂ ਨੇ ਉੱਥੇ ਜਾ ਕੇ ਬੋਲੇ ਨੇ। ਕਿਸਾਨਾਂ ਨੇ ਮੁੰਬਈ ਦੇ ਸਾਰੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਸਾਰੇ ਲੋਕ ਕੰਗਣਾ ਦੇ ਘਰ ਦੇ ਬਾਹਰ ਇਕੱਠੇ ਹੋਣ, ਇਸ ਔਰਤ ਨੂੰ ਮੁੰਬਈ ਚੋਂ ਬਾਹਰ ਕੱਢਿਆ ਜਾਵੇ। ਔਰਤ ਮੁੰਬਈ ਮਹਾਰਾਸ਼ਟਰ ਦੇ ਲਈ ਕੈਂਸਰ ਹੈ। ਇਸਨੇ ਸਿਰਫ ਸਿੱਖਾਂ ਨੂੰ ਹੀ ਨਹੀਂ ਬਲਕਿ ਪਹਿਲਾਂ ਸਾਡੇ ਮੁੰਬਈ ਦਾ ਪਾਕਿਸਤਾਨ ਦੇ ਨਾਲ ਮੁਕਾਬਲਾ ਕੀਤਾ ਸੀ। कंगना रनावत मुर्दाबाद। वाहिगुरु जी का खालसा, वाहिगुरु जी की फतेह। आज मुंबई में हम यहाँ पर कंगना रनावत के घर के बाहर खड़े हैं। सुबह की बात है, कंगना रनावत इंस्टाग्राम पर आके बोलती है कि इंदिरा गांधी ने सिखों को मच्छर के जैसे मारा था। अरे आज भी कांग्रेस पार्टी में मनमोहन सिंह हो, सोनिया गांधी हो, राहुल गांधी हो, सिखों से 1984 के लिए माफी मांगते हैं। और तू कंगना रनावत, तू क्या चीज है, तू कौन है, तुझे अपने आप पता है। और आज तूने ये सिख कौम को ललकारा दिया है, हमें मच्छर कहा है, तो आज तू मोर्टीन ले ले, तू गुड नाइट ले ले। ये शेर तेरे घर के बाहर आए हैं, हिम्मत है नीचे आके दिखा दा, या तो तू नहीं या तो हम नहीं। और आज यहाँ पर मुंबई में हम विनती करते हैं हमारे सब सिख भाइयों को, आओ ये औरत को मुंबई से बाहर निकाले। ये मुंबई के लिए, हमारे महाराष्ट्र के लिए कैंसर की बीमारी है। ਅਗਲੀ ਖਬਰ ਖੇਤੀ ਕਾਨੂੰਨਾਂ ਦੇ ਨਾਲ ਜੁੜੀ ਹੋਈ ਹੈ। ਖੇਤੀ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਪੈਨਲ ਦੇ ਮੈਂਬਰਾਂ ਦੇ ਵਿੱਚੋਂ ਅਨਿਲ ਘਣਵਤ ਨੇ ਭਾਰਤ ਦੇ ਚੀਫ ਜਸਟਿਸ CJI ਨੂੰ ਚਿੱਠੀ ਲਿਖੀ ਹੈ ਅਤੇ 3 ਖੇਤੀ ਕਾਨੂੰਨਾਂ ਬਾਰੇ ਰਿਪੋਰਟ ਜਾਰੀ ਕਰਨ ਦੀ ਅਪੀਲ ਕੀਤੀ ਹੈ। ਕਿਹਾ ਕਿ ਰਿਪੋਰਟ ਜਾਰੀ ਕਰਨ ਬਾਰੇ ਵਿਚਾਰ ਕਰੋ ਤੇ ਉਸ ਨੂੰ ਜਾਰੀ ਕਰੋ। ਘਣਵਤ ਜਿਹੜੇ ਕਿ ਸ਼ੇਤਕਾਰੀ ਜਥੇਬੰਦੀ ਦੇ ਸੀਨੀਅਰ ਲੀਡਰ ਨੇ, ਉਸਨੇ ਵੱਖਰੇ ਤੌਰ ਤੇ ਮੀਡੀਆ ਨੂੰ ਕਿਹਾ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ 1 ਲੱਖ ਕਿਸਾਨਾਂ ਨੂੰ ਅਸੀਂ ਦਿੱਲੀ ਦੇ ਵਿੱਚ ਲਾਮਬੰਦ ਕਰਾਂਗੇ ਜੋ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਵੀ ਲੋੜੀਂਦੇ ਖੇਤੀ ਸੁਧਾਰਾਂ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ MSP ਨੂੰ ਕਾਨੂੰਨੀ ਗਰੰਟੀ ਬਣਾਉਣ ਤੇ MSP ਤੇ ਸਾਰੀਆਂ ਖੇਤੀ ਫਸਲਾਂ ਦੀ ਖਰੀਦ ਨੂੰ ਯਕੀਨੀ ਬਣਾਉਣ ਦੀ ਮੰਗ ਵਿਹਾਰਕ ਹੈ, ਲਾਗੂ ਕਰਨ ਯੋਗ ਨਹੀਂ ਹੈ। ਪੱਤਰ ਵਿੱਚ ਉਹਨਾਂ ਕਿਹਾ ਕਿ ਸੰਸਦ ਦੇ ਆਉਂਦੇ ਸਰਦਰਦ ਸੈਸ਼ਨ ਦੇ ਵਿੱਚ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਪੈਨਲ ਦੀ ਰਿਪੋਰਟ ਦੀ ਹੁਣ ਕੋਈ ਵਕਤ ਹੀ ਨਹੀਂ ਰਹਿ ਗਈ, ਪਰ ਸਿਫਾਰਿਸ਼ਾਂ ਨੇ ਜਿਹੜੀਆਂ ਉਹ ਜਨਤਕ ਹਿੱਤ ਦੀਆਂ ਨੇ। ਰਿਪੋਰਟ ਜਾਰੀ ਹੋਣੀ
ਹੋਣੀ ਚਾਹੀਦੀ ਹੈ। ਸੋ ਘਣਵਤ ਹੈਗੇ ਨੇ ਜਿਹੜੇ ਉਹ ਚੀਫ ਜਸਟਿਸ ਨੂੰ ਅਪੀਲ ਕਰਨ ਦੀ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ ਉਸ ਦੇ ਵਿੱਚ ਉਹ ਦੋਗਲੀਆਂ ਜਿਹੀਆਂ ਗੱਲਾਂ ਕਰ ਰਹੇ ਨੇ। ਯੂਪੀ ਦੇ ਕਾਨਪੁਰ ਤੋਂ ਖਬਰ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ JP ਨੱਡਾ ਪਹੁੰਚੇ। ਗੁਰੂ ਘਰ ਦੇ ਵਿੱਚ ਇੱਥੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਲਈ ਜਿੰਨਾ ਕੰਮ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ, ਇਹ ਦਾਅਵਾ ਕੀਤਾ। ਨੱਡਾ ਨੇ ਯੂਪੀ ਦੇ ਦੌਰੇ ਦੇ ਦੂਸਰੇ ਦਿਨ ਨਾਮਦੇਵ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਕਿਹਾ ਕਿ ਮੈਂ BJP ਦਾ ਸਿਪਾਹੀ ਹੋਣ ਦੇ ਨਾਤੇ ਗੁਰੂ ਨਾਮਦੇਵ ਜੀ ਦੇ ਚਰਨਾਂ ਵਿੱਚ ਸਿਰ ਝੁਕਾਉਂਦਾ ਹੋਇਆ ਮਾਣ ਨਾਲ ਕਹਿੰਦਾ ਕਿ ਜਿੰਨਾ ਕੰਮ ਮੋਦੀ ਨੇ ਸਿੱਖਾਂ ਲਈ ਕੀਤਾ ਉਹਨਾਂ ਹੋਰ ਕਿਸੇ ਨੇ ਨਹੀਂ ਕੀਤਾ। 3 ਅਕਤੂਬਰ ਨੂੰ ਲਖੀਮਪੁਰ ਖੀਰੀ ਹਿੰਸਾ ਦੇ ਵਿੱਚ 4 ਸਿੱਖ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਵਿਆਪੀ ਹੰਗਾਮੇ ਤੋਂ ਬਾਅਦ BJP ਦੇ ਕੌਮੀ ਪ੍ਰਧਾਨ ਨੱਡਾ ਪਹਿਲੀ ਵਾਰੀ ਯੂਪੀ ਦੇ ਵਿੱਚ ਸਿੱਖਾਂ ਦੇ ਵਿਚਾਲੇ ਪਹੁੰਚੇ ਤੇ ਇੱਥੇ ਵੀ ਦੇਖਣ ਨੂੰ ਮਿਲਿਆ ਕਿ ਸਿੱਖਾਂ ਨੇ JP ਨੱਡਾ ਨੂੰ ਸਿਰੋਂ ਪਾਉ ਦੇ ਕੇ ਸਨਮਾਨਿਤ ਵੀ ਕੀਤਾ ਤੇ ਕਈ ਲੋਕ TV ਤੇ ਤਸਵੀਰਾਂ ਦੇਖ ਕੇ ਕਹਿੰਦੇ ਵੀ ਦਿਖਾਈ ਦਿੱਤੇ ਕਿ ਸਿੱਖ ਨੇ ਜਿਹੜੇ ਉਹ ਬਹੁਤ ਜਲਦੀ ਜਿਹੜੇ ਮਾਫ ਕਰਨ ਵਾਲੀ ਕੌਮ ਹੈਗੀ ਹੈ ਤੇ ਬਹੁਤ ਹੀ ਛੇਤੀ ਉਹਨਾਂ ਨੇ JP ਨੱਡਾ ਨੂੰ ਸਿਰੋਂ ਪਾਉ ਵੀ ਦੇ ਦਿੱਤਾ ਹੈ। ਹਾਲਾਂਕਿ ਯੂਪੀ ਦੇ ਜਿਹੜੇ ਕੁਝ ਸਿੱਖ ਹੈਗੇ ਨੇ, ਕਿਸਾਨ ਹੈਗੇ ਨੇ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਵਿਸ਼ੇਸ਼ ਪਾਰਟੀ ਦੇ ਨਾਲ ਜੁੜੇ ਹੋਏ ਸਿੱਖ ਹੋ ਸਕਦੇ ਨੇ, ਇਹਨਾਂ ਨੂੰ ਸਾਰਾ ਸਿੱਖ ਭਾਈਚਾਰਾ ਨਹੀਂ ਮੰਨਿਆ ਜਾਣਾ ਚਾਹੀਦਾ, ਪਰ ਕਿਉਂਕਿ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਤਾਂ ਫਿਰ ਗੱਲ ਇਹੀ ਜਾਂਦੀ ਹੈ, ਮੈਸੇਜ ਇਹੀ ਜਾਂਦਾ ਕਿ ਸਿੱਖਾਂ ਨੇ BJP ਦੇ ਕੌਮੀ ਪ੍ਰਧਾਨ ਨੂੰ ਸਨਮਾਨਿਤ ਕੀਤਾ। उधर कांग्रेस के लीडर सचिन पायलट ने कहा कि तिन्ने खेतीबाड़ी कानूनों ਨੂੰ ਰੱਦ ਕਰਨ ਦੇ ਬਾਵਜੂਦ ਮੋਦੀ ਸਰਕਾਰ ਤੇ ਕਿਸਾਨਾਂ ਦੀ ਬੇਭਰੋਸਗੀ ਖਤਮ ਨਹੀਂ ਹੋਵੇਗੀ। BJP ਨੂੰ ਆਉਣ ਵਾਲੇ ਸਮੇਂ ਵਿੱਚ ਚੋਣਾਂ ਦੌਰਾਨ ਇਸ ਦੇ ਨਤੀਜੇ ਭੁਗਤਣੇ ਹੀ ਪੈਣਗੇ। ਉਹਨਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨਾ ਸਿਰਫ MSP ਦੀ ਕਾਨੂੰਨੀ ਗਰੰਟੀ ਦੇਵੇ ਬਲਕਿ ਉਪਜ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਕੁਝ ਨਿਯਮ ਜਾਂ ਕਾਨੂੰਨ ਵੀ ਬਣਾਏ। ਪੰਜਾਬ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ ਤੇ ਹੁਣ ਕਿਸੇ ਦੀ ਵੀ ਬਦਲੀ ਨਹੀਂ ਹੋ ਸਕੇਗੀ। ਯਾਨੀ ਕਿ ਇਸ ਐਲਾਨ ਤੋਂ ਬਾਅਦ ਹੁਣ ਅਧਿਆਪਕ ਵੀ ਇਹ ਸੋਚਣ ਲਈ ਮਜਬੂਰ ਹੋ ਜਾਣਗੇ ਕਿ ਇਹ ਐਲਾਨ ਸਾਡੇ ਤੇ ਵੀ ਲਾਗੂ ਹੁੰਦਾ ਹੈ ਜਾਂ ਨਹੀਂ, ਕਿਉਂਕਿ ਜਦੋਂ CM ਬਣੇ ਸੀ ਮੁੱਖ ਮੰਤਰੀ ਚੰਨੀ ਤਾਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਧਿਆਪਕਾਂ ਨੂੰ ਉਹਨਾਂ ਦੇ ਨੇੜੇ ਦੇ ਸਟੇਸ਼ਨ ਅਲਾਟ ਕੀਤੇ ਜਾਣ, ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾਣ, ਪਰ ਇਹ ਐਲਾਨ ਵੀ ਹਲੇ ਹਵਾ ਦੇ ਵਿੱਚ ਹੀ ਤੁਰਿਆ ਫਿਰਦਾ ਹੈ, ਅਮਲ ਦੇ ਵਿੱਚ ਨਹੀਂ ਲਿਆਂਦਾ ਗਿਆ ਤੇ ਉੱਤੋਂ ਜਿਹੜਾ ਮੁਲਾਜ਼ਮਾਂ ਬਦਲੀਆਂ ਕਰਨ ਤੇ ਮੁਕੰਮਲ ਪਾਬੰਦੀ ਲਾਈ ਗਈ ਹੈ। ਇਸ ਤੋਂ ਬਾਅਦ ਜਿਹੜਾ ਹੈਗਾ ਸਰਕਾਰ ਦੇ ਮਨਸ਼ੇ ਦੇ ਉੱਤੇ ਕੋਈ ਵੀ ਸ਼ੱਕ ਨਹੀਂ ਰਹਿ ਜਾਂਦਾ। ਗੱਲ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਹੁਣ ਪੂਰੀਆਂ ਭਖ ਗਈਆਂ ਨੇ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਪੰਜਾਬ ਦੇ 2 ਦਿਨਾਂ ਦੌਰੇ ਤੇ ਪਹੁੰਚੇ ਹੋਏ ਸੀ। ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ, ਕਹਿੰਦੇ ਕਾਂਗਰਸ ਦੇ 25 ਦੇ ਕਰੀਬ MLA ਤੇ ਕੁਝ ਸੰਸਦ ਮੈਂਬਰ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਨੇ, ਪਰ ਅਸੀਂ ਕਾਂਗਰਸ ਦਾ ਕੂੜਾ ਆਪਣੀ ਪਾਰਟੀ 'ਚ ਸ਼ਾਮਿਲ ਨਹੀਂ ਕਰਨਾ ਚਾਹੁੰਦੇ। ਅਰਵਿੰਦ ਕੇਜਰੀਵਾਲ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਕਾਂਗਰਸ ਦੇ ਜਿਹੜੇ MLA ਨੇ, ਕਾਂਗਰਸ ਦੇ ਲੀਡਰ ਨੇ, ਉਹ ਵੀ ਭਖ ਗਏ। ਤਿੱਖਾ ਪ੍ਰਤੀਕਰਮ, ਤਿੱਖੀਆਂ ਟਿੱਪਣੀਆਂ ਆਈਆਂ ਜ਼ਾਹਿਰ ਤੌਰ ਤੇ, ਕਿਉਂਕਿ ਕੇਜਰੀਵਾਲ ਨੇ ਇਹਨਾਂ ਵਿਧਾਇਕਾਂ ਤੇ ਸਾਂਸਦਾਂ ਨੂੰ ਕੂੜਾ ਕਿਹਾ। ਹੁਣ ਕਿਹੜਿਆਂ ਨੂੰ ਕਿਹਾ, ਕੌਣ ਉਹ 25 ਲੋਕ ਨੇ, ਉਹਨਾਂ ਦੇ ਨਾਮ ਤਾਂ ਨਹੀਂ ਜਨਤਕ ਕੀਤੇ ਗਏ, ਪਰ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੇਜਰੀਵਾਲ ਨੂੰ ਚੈਲੰਜ ਕੀਤਾ ਕਿ ਜੇ ਕੇਜਰੀਵਾਲ ਨੇ ਮਾਂ ਦਾ ਦੁੱਧ ਪੀਤਾ ਤਾਂ ਉਹ ਸੂਚੀ ਜਾਰੀ ਕਰੇ ਕਿ ਕਿਹੜਾ ਕਾਂਗਰਸੀ ਵਿਧਾਇਕ ਆਮ ਆਦਮੀ ਪਾਰਟੀ ਵਿੱਚ ਜਾਣਾ ਚਾਹੁੰਦਾ ਹੈ। ਇਹਨਾਂ ਦੇ ਕਹਿੰਦੇ 20 ਦੇ ਵਿੱਚੋਂ 9 ਤਾਂ ਸਾਡੇ ਕੋਲੇ ਆ ਗਏ ਨੇ। ਝੂਠਾ ਬੰਦਾ ਹੈ, ਆਪਣੀ ਸਾਖ ਬਚਾਉਣ ਲਈ ਝੂਠ ਦਾ ਪੁਲੰਦਾ ਖੋਲ ਰਿਹਾ ਹੈ। ਵੈਦ ਨੇ ਕਿਹਾ ਕਿ ਸਾਡੇ ਲੀਡਰਾਂ ਨੂੰ ਕੂੜਾ ਦੱਸਦਾ ਹੈ, ਪਰ ਅਸੀਂ ਕਹਾਂਗੇ ਜਿਹੜੇ ਇਹਨਾਂ ਦੇ ਲੀਡਰ ਸਾਡੇ ਵਾਲੇ ਆਏ ਨੇ ਉਹ ਵਧੀਆ ਬੰਦੇ ਨੇ। ਫਿਰ ਉਹ ਹਲੇ ਰਿਕਤਾ ਹੈ ਨਾ ਜੀ, ਉਹਦਾ CM ਫੇਸ ਵਾਲਾ ਉਹ ਕਰ ਲੈਂਦੇ, ਉਹ ਦਿਖਾ ਦਿਆਂਗੇ, ਸਾਰੇ ਦਿਖਾ ਦਿਆਂਗੇ ਤੁਹਾਨੂੰ। ਕਿਉਂ ਘਬਰਾਉਣੇ ਹੋ? ਉਹ ਪਰ ਅਸੀਂ ਤਾਂ ਤੁਹਾਨੂੰ 9 ਦਿਖਾ ਰਹੇ ਹਾਂ ਨਾ। 9 ਆਮ ਆਦਮੀ ਪਾਰਟੀ ਦੇ MLA ਸਾਡੇ ਨਾਲ ਖੜੇ ਨੇ, ਅਸੀਂ ਤਾਂ ਹਰ ਰੋਜ਼ ਵਿਖਾਉਣੇ ਆ। ਉਹ ਜਿਹੜੇ ਚਲੇ ਗਏ ਜੀ। ਹੁਣ ਇਹਨਾਂ ਨੂੰ ਐ ਤਾਂ ਕਈ ਸਟੇਟਾਂ 'ਚ ਕਾਂਗਰਸ ਸਾਰੀ ਦੀ ਸਾਰੀ ਚਲੀ ਗਈ BJP 'ਚ। ਝੂਠ ਜੇ ਬੋਲਣਾ ਹੋਵੇ ਨਾ ਜੀ ਤੇ ਉਹ ਵੀ ਕੇਜਰੀਵਾਲ ਸਾਹਿਬ ਤੋਂ ਆਪਣਾ ਸਿੱਖ ਲਓ। ਵੈਸੇ ਮੈਂ ਇੱਕ ਓਨੈਸਟਲੀ ਗੱਲ ਦੱਸਦਾ ਪੰਜਾਬ ਦੇ ਲੋਕਾਂ ਨੂੰ, ਮੈਂ ਕੇਜਰੀਵਾਲ ਸਾਹਿਬ ਤੋਂ ਇਹੋ ਜਿਹਾ ਝੂਠ ਐਕਸਪੈਕਟ ਨਹੀਂ ਕਰਦਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਵੀ ਕਿਹਾ ਕਿ ਅਸੀਂ ਉਹ ਕਾਂਗਰਸੀ MLA ਵੀ ਦਿਖਾ ਦੇਵਾਂਗੇ ਜਿਹੜੇ ਸਾਡੇ ਵੱਲ ਆ ਰਹੇ ਨੇ। ਸਾਡੇ ਜਿਹੜੇ ਕਾਂਗਰਸ ਵਿੱਚ ਗਏ ਨੇ ਉਹ ਚਲੇ ਗਏ। ਕਈ ਸੂਬਿਆਂ ਵਿੱਚ ਪੂਰੀ ਕਾਂਗਰਸ ਵੀ BJP ਦੇ ਵਿੱਚ ਚਲੀ ਗਈ ਹੈ। ਪੰਜਾਬ ਦੇ ਸਾਰੇ ਲੀਡਰਾਂ ਨੇ ਹੀ ਬੇੜਾ ਗਰਕ ਕਰਤਾ। ਲਾਈਨ ਲਾ ਕੇ ਦੱਸ ਦੇਵਾਂਗੇ ਕਿਹੜੇ MLA ਨੇ ਜੋ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ। ਸੰਧਵਾ ਨੇ ਕਿਹਾ ਕਿ ਝੂਠ ਤਾਂ ਚੰਨੀ ਸਾਹਿਬ ਬੋਲ ਰਹੇ ਨੇ। ਬਿਜਲੀ ਮੁਫਤ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਬਿਜਲੀ ਮੁਲਾਜ਼ਮ ਹੜਤਾਲ ਦੇ ਉੱਤੇ ਬੈਠੇ ਹੋਏ ਨੇ। ਸੋ
ਸੋ ਇੱਥੇ ਇੱਕ ਤਰੀਕੇ ਦੇ ਨਾਲ ਕੇਜਰੀਵਾਲ ਅਤੇ ਕੁਲਤਾਰ ਸੰਧਵਾ ਦੇ ਬਿਆਨ ਵੀ ਆਪਸ 'ਚ ਮੇਲ ਨਹੀਂ ਖਾ ਰਹੇ, ਕਿਉਂਕਿ ਕੇਜਰੀਵਾਲ ਕਹਿ ਰਹੇ ਨੇ ਕਿ ਆਉਣ ਨੂੰ ਤਿਆਰ ਨੇ ਪਰ ਅਸੀਂ ਕੂੜਾ ਨਹੀਂ ਲੈਣਾ, ਤੇ ਸੰਧਵਾ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਉਹਨਾਂ ਦੀ ਸੂਚੀ ਵੀ ਦਿਖਾ ਦਿਆਂਗੇ, ਲਾਈਨ ਲਾ ਕੇ ਦੱਸ ਦਿਆਂਗੇ ਕਿਹੜੇ ਜਿਹੜੇ MLA ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਖੈਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਵਿੱਚ ਕੱਚੇ ਅਧਿਆਪਕ ਠੇਕੇ ਤੇ ਰੱਖੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਕਰ ਦਿੱਤਾ। ਗਰੰਟੀ ਦਿੱਤੀ ਹੈ, ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੀਆਂ ਨੇ, ਜਾਂ ਕਹਿ ਸਕਦੇ ਹਾਂ ਕਿ ਸਿੱਖਿਆ ਖੇਤਰ ਨੂੰ 8 ਗਰੰਟੀਆਂ ਦਿੱਤੀਆਂ ਨੇ। ਸ਼ਾਨਦਾਰ ਸਿੱਖਿਆ ਪ੍ਰਬੰਧ ਤਿਆਰ ਕੀਤਾ ਜਾਏਗਾ, ਪਰ ਸ਼ਰਤ ਇੱਕ ਹੈ ਕਿ ਸਾਡੀ ਸਰਕਾਰ ਆਉਣੀ ਚਾਹੀਦੀ ਹੈ। ਠੇਕੇ ਤੇ ਕੱਚੇ ਅਧਿਆਪਕ ਪੱਕੇ ਕੀਤੇ ਜਾਣਗੇ। ਅਧਿਆਪਕਾਂ ਦੀ ਬਦਲੀ ਮਨਮਰਜ਼ੀ ਮੁਤਾਬਿਕ ਹੋਵੇਗੀ। ਅਧਿਆਪਕ ਗੈਰ ਵਿਦਿਅਕ ਡਿਊਟੀ ਨਹੀਂ ਕਰਨਗੇ। ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ। ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਦਵਾਈ ਜਾਏਗੀ। ਵਕਤ ਰਹਿੰਦਿਆਂ ਤਰੱਕੀ ਵੀ ਦਿੱਤੀ ਜਾਊਗੀ। ਸਾਰੇ ਅਧਿਆਪਕਾਂ ਦੇ ਪਰਿਵਾਰਾਂ ਦਾ ਕੈਸ਼ਲੈਸ ਸਿਹਤ ਬੀਮਾ ਹੋਏਗਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਨਵਜੋਤ ਸਿੰਘ ਸਿੱਧੂ ਦੀ ਬੇਬਾਕੀ ਦੀ ਸ਼ਲਾਘਾ ਵੀ ਕੀਤੀ। ਕਹਿੰਦੇ ਸਿੱਧੂ ਜਨਤਾ ਦੇ ਮੁੱਦੇ ਚੱਕ ਰਹੇ ਨੇ, ਪਰ ਸਾਰੀ ਕਾਂਗਰਸ ਸਿੱਧੂ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਹੈ। ਪਹਿਲਾਂ ਕੈਪਟਨ ਸਿੱਧੂ ਨੂੰ ਦਬਾਉਣਾ ਚਾਹੁੰਦੇ ਸੀ ਤੇ ਹੁਣ ਸਾਰੀ ਕਾਂਗਰਸ ਸਿੱਧੂ ਨੂੰ ਦਬਾਉਣਾ ਚਾਹੁੰਦੀ ਹੈ, ਕਿਉਂਕਿ ਸਿੱਧੂ ਸੱਚ ਬੋਲਦੇ ਨੇ ਤੇ ਮੈਂ ਉਹਨਾਂ ਦੀ ਹਿੰਮਤ ਦੀ ਦਾਦ ਦਿੰਦਾ ਹਾਂ। सरकार बनने के तुरंत बाद जितने टीचर्स आउटसोर्सिंग पे काम कर रहे हैं और जितने टीचर्स ठेके पे काम कर रहे हैं उन सब लोगों को पक्का किया जाएगा। मेरी चन्नी साहब से रिक्वेस्ट है, उनसे अपील है कि आप इन टीचर्स की डिमांड्स को तुरंत पूरा कीजिए। या तो आप पूरा कीजिए, नहीं तो हमारी सरकार बनने के बाद हम पूरा करेंगे। दिल्ली में हमने आदेश पारित करके सारे काम विड्रॉ कर लिए। हमने कहा कि टीचर केवल टीचिंग का काम करेगा और टीचिंग के अलावा अब कोई टीचर BLO नहीं है, कोई टीचर जनगणना का काम नहीं करता, कोई टीचर दूसरा काम नहीं करता। हाँ, अभी कोरोना के टाइम में जब स्कूल बंद थे उस वक्त हमने कोरोना का रिलीफ वर्क टीचर से कराया था। पंजाब के अंदर टीचर्स की ढेरों वैकेंसीज हैं। एक तरफ टीचर्स की वैकेंसीज हैं और दूसरी तरफ टीचर्स बेरोजगार घूम रहे हैं। तुरंत जैसे ही सरकार बनती है ये सारी वैकेंसीज एग्जाम लेके सारी वैकेंसीज तुरंत भरी जाएंगी, ताकि बच्चों को और पेरेंट्स को अपने टीचर्स मिल सकें और टीचर्स को रोजगार मिल सके। ਹੁਣ ਗੱਲ ਆਉਂਦੀ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦੀ ਕਿ ਆਖਿਰਕਾਰ ਮੁੱਖ ਮੰਤਰੀ ਚਿਹਰਾ ਕੌਣ ਹੋਏਗਾ। ਕਿੰਨੀ ਵਾਰੀ ਅਰਵਿੰਦ ਕੇਜਰੀਵਾਲ ਆ ਗਏ ਨੇ, ਪਰ ਹਾਲੇ ਤੱਕ ਆਮ ਆਦਮੀ ਪਾਰਟੀ ਨੇ CM ਚਿਹਰੇ ਦਾ ਐਲਾਨ ਨਹੀਂ ਕੀਤਾ। ਤੇ ਐਤਕੀ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕੇਜਰੀਵਾਲ ਨੂੰ ਤਾਂ ਉਹਨਾਂ ਨੇ ਐਤਕੀ ਵੱਖਰਾ ਹੀ ਜਵਾਬ ਦਿੱਤਾ ਹੈ। ਹਾਲਾਂਕਿ ਪਹਿਲਾਂ ਰੌਚਕ ਗੱਲ ਜ਼ਰੂਰ ਦੱਸ ਦਿੰਦੇ ਆ ਕਿ ਜਦੋਂ ਕੇਜਰੀਵਾਲ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਦੋਂ ਕਰੋਗੇ, ਤਾਂ ਉੱਥੇ ਹਾਜ਼ਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਗਵੰਤ ਮਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਸੀ। ਕੇਜਰੀਵਾਲ ਦੇ ਨਾਲ ਬੈਠੇ ਭਗਵੰਤ ਮਾਨ ਮੰਦ ਮੁਸਕਰਾਉਂਦੇ ਰਹੇ ਤੇ ਜਦੋਂ ਭਗਵੰਤ ਮਾਨ ਨੇ ਹੱਥ ਚੁੱਕ ਕੇ ਵਰਕਰਾਂ ਨੂੰ ਨਾਅਰੇਬੰਦ ਕਰਨ ਦਾ ਇਸ਼ਾਰਾ ਕੀਤਾ ਤਾਂ ਕੇਜਰੀਵਾਲ ਨੇ ਸਵਾਲ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਸਪਸ਼ਟ ਕੀਤਾ ਕਿ ਮੈਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਾਂ। ਪਿਛਲੀ ਵਾਰੀ ਉਹਨਾਂ ਨੇ ਕੁਝ ਹੋਰ ਕਿਹਾ ਸੀ, ਉਸ ਤੋਂ ਪਿਛਲੀ ਵਾਰੀ ਕੁਝ ਹੋਰ ਕਿਹਾ ਸੀ, ਉਹ ਤੋਂ ਪਿਛਲੀ ਵਾਰੀ ਕੁਝ ਹੋਰ ਕਿਹਾ ਸੀ ਤੇ ਹੁਣ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਦੂਜੀਆਂ ਪਾਰਟੀਆਂ ਤੋਂ ਪਹਿਲਾਂ ਅਸੀਂ ਕਰ ਦਿਆਂਗੇ। ਕਹਿੰਦੇ ਜਦੋਂ ਕੋਈ ਪਾਰਟੀ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਦੀ ਹੈ ਉਸ ਤੋਂ ਬਾਅਦ ਚੋਣ ਪ੍ਰਚਾਰ ਸਿਖਰਾਂ ਵੱਲ ਹੀ ਜਾਂਦਾ ਹੁੰਦਾ ਹੈ, ਇਸ ਲਈ ਸਾਡੀ ਪਾਰਟੀ ਰਣਨੀਤੀ ਦੇ ਤਹਿਤ ਹੀ ਐਲਾਨ ਕਰੇਗੀ। ਪੰਜਾਬ 'ਚ ਕਹਿੰਦੇ ਕਾਂਗਰਸ ਨੇ ਵੀ ਹਲੇ CM ਚਿਹਰੇ ਦਾ ਐਲਾਨ ਨਹੀਂ ਕੀਤਾ। ਦੱਸਿਆ ਨਹੀਂ ਕਿ ਅਗਲੇ CM ਚੰਨੀ ਹੋਣਗੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਜਾਂ ਫਿਰ ਸੁਖੀ ਰੰਧਾਵਾ। ਕਹਿੰਦੇ ਪਿਛਲੀ ਵਾਰੀ ਵੀ ਕਾਂਗਰਸ ਨੇ ਇੱਕ ਹਫ਼ਤਾ ਪਹਿਲਾਂ ਹੀ ਕੈਪਟਨ ਦੇ ਨਾਮ ਦਾ ਐਲਾਨ ਕੀਤਾ ਸੀ। BJP ਨੇ ਹਲੇ UP ਦੇ ਵਿੱਚ CM ਚਿਹਰਾ ਨਹੀਂ ਐਲਾਨਿਆ। ਸੋ ਸਾਨੂੰ ਵੀ ਕੋਈ ਕਾਲੀ ਨਹੀਂ ਹੈ, ਪਰ ਲੋਕਾਂ ਨੂੰ ਜ਼ਰੂਰ ਕਾਲੀ ਹੈ। पहली चीज ये एक मिनट मेरे को जवाब देने दो। मेरे को पता था ये पूछेंगे। सबसे पहले हर पार्टी या तो CM कैंडिडेट डिक्लेयर करती है और या नहीं करती है। अगर करती है, CM कैंडिडेट डिक्लेयर करने के बाद चुनाव फिर ऊपर ही जा सकता है, वो फिर नीचे नहीं आ सकता, वो पीक पे ही जा सकता है। जो पार्टी चुनाव के पहले ये रणनीति बनाती है कि हम CM कैंडिडेट डिक्लेयर करेंगे, वो बिल्कुल चुनाव के करीब आने के ऊपर करती है, कोड लगने के करीब आने पे या कोड लगने के बाद करती है। अभी किसी पार्टी ने डिक्लेयर नहीं किया। मैं आपको ये एश्योरेंस दे रहा हूं, बाकियों से पहले कर देंगे हम।
ਕੇਜਰੀਵਾਲ ਨੇ ਐਤਕੀ ਵੀ ਵਪਾਰੀਆਂ ਦੇ ਨਾਲ ਮੀਟਿੰਗ ਕੀਤੀ। ਅੰਮ੍ਰਿਤਸਰ ਦੇ ਵਿੱਚ ਵਪਾਰੀਆਂ ਦੇ ਨਾਲ ਮੀਟਿੰਗ ਕਰਦਿਆਂ ਉਹਨਾਂ ਨੇ ਵਪਾਰੀਆਂ ਨੂੰ ਵੀ ਉਹੀ ਜਿਹੜੇ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਸੀ, ਗਰੰਟੀਆਂ ਦਿੱਤੀਆਂ ਸੀ, ਉਹੀ ਦਿੱਤੀਆਂ ਨੇ। ਇਹ ਵੀ ਕਿਹਾ ਕਿ ਜਿੰਨਾ ਸਾਡਾ ਯੂਥ ਬਾਹਰਲੇ ਮੁਲਕਾਂ ਦੇ ਵਿੱਚ ਗਿਆ ਹੈ, ਇੱਕ ਇੱਕ ਕਰਕੇ ਅਸੀਂ ਵਾਪਸ ਲੈ ਕੇ ਆਵਾਂਗੇ। ਸੋ ਇਹ ਜਿਹੜਾ ਐਲਾਨ ਹੈਗਾ ਉਹ ਸੱਚੀ ਮੁੱਚੀ ਹਵਾ ਦੇ ਵਿੱਚ ਲੱਗਦਾ ਹੈ। ਉਸੇ ਤਰ੍ਹਾਂ ਜਿਵੇਂ ਮੋਦੀ ਸਰਕਾਰ ਨੇ ਕਿਹਾ ਸੀ ਕਿ ਸਵਿਸ ਬੈਂਕਾਂ ਦਾ ਕਾਲਾ ਧਨ ਅਸੀਂ ਲਿਆਵਾਂਗੇ ਤੇ ਫਿਰ ਸਾਰਾ ਇੱਥੇ ਲੋਕਾਂ ਨੂੰ ਵੰਡ ਦਿਆਂਗੇ। 15-15 ਲੱਖ ਦਾ ਵੀ ਐਲਾਨ ਕੀਤਾ ਸੀ, ਕੁਝ ਨਹੀਂ ਹੋਇਆ। ਦੂਜੀ ਵਾਰੀ ਵੀ ਸਰਕਾਰ ਬਣ ਗਈ। ਖੈਰ, ਕੇਜਰੀਵਾਲ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ, ਕਹਿੰਦੇ ਸਾਡੀ ਸਰਕਾਰ ਬਣਤੇ ਅਸੀਂ ਇੱਕ ਕਮਿਸ਼ਨ ਬਣਾਵਾਂਗੇ, ਸਾਰੇ ਫੈਸਲੇ ਵਪਾਰੀ ਲੈਣਗੇ, ਹਫਤਾ ਰਾਜ ਗੁੰਡਾ ਟੈਕਸ ਬੰਦ ਹੋਏਗਾ, ਵਪਾਰੀ ਨਿਡਰ ਹੋ ਕੇ ਆਪਣਾ ਵਪਾਰ ਕਰਨਗੇ, ਸਰਕਾਰ ਬਣਨ ਤੇ ਵੈਟ ਦੇ ਕਈ ਹਜ਼ਾਰ ਕਰੋੜਾਂ ਦੇ ਫੰਡ ਵਾਪਸ ਕੀਤੇ ਜਾਣਗੇ, 24 ਘੰਟੇ ਬਿਜਲੀ ਵਪਾਰੀਆਂ ਨੂੰ ਦੇਵਾਂਗੇ, ਪੰਜਾਬ ਬਾਜ਼ਾਰ ਦਾ ਇੱਕ ਪੋਰਟਲ ਬਣਾਵਾਂਗੇ, ਪੰਜਾਬ ਦਾ ਹਰ ਵਪਾਰੀ ਆਪਣਾ ਮਾਲ ਦੁਨੀਆ ਦੇ ਵਿੱਚ ਦਿਖਾ ਸਕੂਗਾ, ਵਪਾਰੀਆਂ ਲਈ ਵੱਖਰਾ ਸਿਕਿਉਰਿਟੀ ਇੰਤਜ਼ਾਮ ਕਰਾਂਗੇ, ਫੋਕਲ ਪੁਆਇੰਟ ਵਧਾਵਾਂਗੇ, ਜੋ ਪਹਿਲਾਂ ਤੋਂ ਹੀ ਫੋਕਲ ਪੁਆਇੰਟ ਨੇ ਉਹਨਾਂ ਵਿੱਚ ਇਨਫਰਾਸਟ੍ਰਕਚਰ ਦੀ ਵਿਵਸਥਾ ਕਰਾਂਗੇ, ਪਰ ਇਹ ਤਾਂ ਕਰਾਂਗੇ ਜੇ ਸਾਡੀ ਸਰਕਾਰ ਬਣੂਗੀ। ਤੇ ਕੇਜਰੀਵਾਲ ਨੇ ਵਪਾਰੀਆਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਹੁਣ ਗੱਲ ਆਉਂਦੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਿਹੜੇ ਸਵਾਲ ਦਾ ਜਵਾਬ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਚੰਨੀ ਕਹਿ ਰਹੇ ਨੇ ਕਿ ਉਹ ਗਊ ਦਾ ਦੁੱਧ ਚੋ ਲੈਂਦੇ ਨੇ, ਗੋਲੀਆਂ ਖੇਡ ਲੈਂਦੇ ਨੇ, ਇਸ ਲਈ ਉਹ ਅਸਲੀ ਆਮ ਆਦਮੀ ਨੇ। ਪਰ ਮੈਂ ਕਹਿਣਾ ਕਿ ਮੈਨੂੰ ਗੋਲੀਆਂ ਖੇਡਣੀਆਂ ਤਾਂ ਨਹੀਂ ਆਉਂਦੀਆਂ, ਪਰ ਮੈਨੂੰ ਸਕੂਲ ਬਣਾਉਣੇ ਆਉਂਦੇ ਨੇ। ਮੈਨੂੰ ਗਊਆਂ ਦਾ ਦੁੱਧ ਨਹੀਂ ਚੋਣਾ ਆਉਂਦਾ, ਪਰ ਮੈਨੂੰ ਮੁਹੱਲਾ ਕਲੀਨਿਕ ਬਣਾਉਣਾ ਆਉਂਦਾ ਹੈ। ਮੈਨੂੰ ਘੁੰਮ ਕੇ ਸ਼ੋਅ ਕਰਨਾ ਨਹੀਂ ਆਉਂਦਾ, ਪਰ ਮੈਨੂੰ ਮੁਫਤ ਦਵਾਈਆਂ ਤੇ ਇਲਾਜ ਦੇਣਾ ਆਉਂਦਾ ਹੈ। ਮੈਂ ਡਰਾਮੇਬਾਜ਼ੀ ਕਰਨੀ ਨਹੀਂ ਜਾਣਦਾ, ਪਰ ਮੈਨੂੰ ਲੋਕਾਂ ਦੀ ਸਾਰ ਲੈਣਾ ਆਉਂਦਾ ਹੈ। ਇਹ ਜਵਾਬ ਦਿੱਤਾ ਮੁੱਖ ਮੰਤਰੀ ਚੰਨੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ, ਕਿਉਂਕਿ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਲਪੇਟੇ 'ਚ ਲਿਆ ਸੀ, ਕਿਉਂਕਿ ਉਸ ਤੋਂ ਪਹਿਲਾਂ ਕੇਜਰੀਵਾਲ ਨੇ ਚੰਨੀ ਨੂੰ ਲਪੇਟੇ 'ਚ ਲਿਆ ਸੀ। ਸੋ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਹੁਣ ਤੁਸੀਂ ਨਿਤ ਦਿਨ ਦੇਖੋਗੇ, ਦੇਖ ਕੇ ਸੁਣ ਕੇ ਅੱਕ ਵੀ ਜਾਓਗੇ, ਕਿਉਂਕਿ ਹਰ 5 साल बाद इसी तरह ही होता है। मैं उनसे 100% सहमत हूं। मेरे को गिल्ली डंडा खेलना नहीं आता, मेरे को कंचे खेलने नहीं आते, मेरे को बच्चों के स्कूल बनाने आते हैं, मेरे को अच्छी शिक्षा देनी आती है, मेरे को बच्चों का भविष्य बनाना आता है, मेरे को गाय का दूध निकालना नहीं आता, पर मेरे को आपके लिए मोहल्ला क्लिनिक बनाने आते हैं, मेरे को आपके लिए अस्पताल बनाने आते हैं, मेरे को 10-10 कैमरे लेके 24 घंटे घूम के शूटिंग कराना नहीं आता, लेकिन मेरे को आपके बच्चों के लिए, आपके परिवार के लिए अस्पताल बनाने आते हैं, मुफ्त इलाज, मुफ्त दवाइयाँ देना आता है। मेरे को झूठे ऐलान करने नहीं आते, मेरे को आपकी बिजली मुफ्त करनी आती है, आपकी बिजली 24 घंटे करनी आती है। पंजाब की जनता तय करेगी कि उनको नौटंकी करने वाली सरकार चाहिए कि काम करने वाली सरकार चाहिए। ਤੇ ਅਰਵਿੰਦ ਕੇਜਰੀਵਾਲ ਨੇ ਸਿਰਫ ਚਰਨਜੀਤ ਸਿੰਘ ਚੰਨੀ ਨੂੰ ਇਹ ਜਵਾਬ ਹੀ ਨਹੀਂ ਦਿੱਤੇ। ਇੱਕ ਦਿਨ ਪਹਿਲਾਂ ਉਹਨਾਂ ਨੇ ਨਕਲੀ ਕੇਜਰੀਵਾਲ ਕਿਹਾ ਸੀ, ਮੁੱਖ ਮੰਤਰੀ ਚੰਨੀ ਨੂੰ ਵੱਡਾ ਹਮਲਾ ਕੀਤਾ ਸੀ। ਤੇ ਹੁਣ ਤਾਂ ਆਮ ਆਦਮੀ ਪਾਰਟੀ ਪੰਜਾਬ ਨੇ ਪੋਸਟਰ ਵੀ ਜਾਰੀ ਕਰ ਦਿੱਤਾ ਹੈ, ਕਿਹਾ ਕਿ ਚੰਨੀ ਆਮ ਆਦਮੀ ਪਾਰਟੀ ਦੇ ਸਾਰੇ ਵਾਅਦੇ ਚੋਰੀ ਕਰਦੇ ਨੇ। ਫੇਸਬੁੱਕ ਸਫੇ ਤੇ ਇੱਕ ਪੋਸਟਰ ਜਾਰੀ ਕੀਤਾ ਗਿਆ, ਚੰਨੀ ਦੀ ਫੋਟੋ ਦੇ ਨਾਲ ਲਿਖਿਆ ਕਿ ਨਕਲੀ ਕੇਜਰੀਵਾਲ ਹੈ, ਇਹਨਾਂ ਤੋਂ ਸਾਵਧਾਨ ਰਹੋ, ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਦਿੱਲੀ ਤੋਂ ਪੰਜਾਬ ਦੌਰੇ ਤੇ ਆਏ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਆਮ ਆਦਮੀ ਹੋਣ ਦਾ ਫੋਕਾ ਦਿਖਾਵਾ ਕਰ ਰਹੇ ਨੇ, ਇਸ ਕਰਕੇ ਲੋਕ ਚੰਨੀ ਕੋਲੋਂ ਬਚ ਕੇ ਰਹਿਣ। ਦਾਅਵਾ ਕੀਤਾ ਸੀ, ਕਹਿੰਦੇ ਜਿਹੜਾ ਐਲਾਨ ਮੈਂ ਕਰਕੇ ਜਾਣਾ 2 ਦਿਨ ਬਾਅਦ ਚੰਨੀ ਕਰ ਦਿੰਦੇ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੰਗਾ ਪਹੁੰਚੇ ਸੀ, ਜਿੱਥੇ ਉਹਨਾਂ ਨੇ 25 ਕਰੋੜ ਦੀ ਗ੍ਰਾਂਟ ਬੰਗਾ ਕਸਬੇ ਨੂੰ ਦੇਣ ਦਾ ਐਲਾਨ ਕੀਤਾ ਹੈ। ਬੰਗਾ ਦੇ ਵਿੱਚ ਇੱਕ ਡਿਗਰੀ ਕਾਲਜ ਡਾਕਟਰ ਅੰਬੇਦਕਰ ਦੇ ਨਾਮ ਤੇ ਬਣਾਇਆ ਜਾਵੇਗਾ, 15 ਕਰੋੜ ਰੁਪਈਆ ਲੱਗੇਗਾ। ਪੜ੍ਹਾਈ ਤੋਂ ਬਿਨਾਂ ਕੋਈ ਵੀ ਇਲਾਕਾ ਕਹਿੰਦੇ ਤਰੱਕੀ ਨਹੀਂ ਕਰ ਸਕਦਾ। ਖਟਕੜ ਕਲਾਂ ਦੇ ਵਿੱਚ ਨੌਜਵਾਨਾਂ ਦੇ ਖੇਡਣ ਲਈ ਸਟੇਡੀਅਮ ਬਣਾਇਆ ਜਾਵੇਗਾ, 12 ਕਰੋੜ ਇਸ ਸਟੇਡੀਅਮ ਤੇ ਖਰਚ ਕੀਤਾ ਜਾਏਗਾ। ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਹੜਾ 22 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਬੀਬੀਆਂ ਨੂੰ ਮੈਂ ਇੱਕ ਵੱਡੀ ਗਰੰਟੀ ਦੇ ਕੇ ਜਾਣਾ ਕਿ ਜਦੋਂ ਸਾਡੀ ਸਰਕਾਰ ਬਣੂਗੀ ਤਾਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਪੰਜਾਬਣਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਏਗੀ। ਇਸ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਤਿੱਖਾ ਬਿਆਨ ਦਿੱਤਾ ਹੈ। ਭੜਕੀ ਹੈ ਮਨੀਸ਼ਾ ਗੁਲਾਟੀ, ਕਿਹਾ ਕਿ ਔਰਤਾਂ ਦੇ ਸਵਾਭਿਮਾਨ ਅਤੇ ਕਾਬਲੀਅਤ ਦੀ ਕੀਮਤ ਨੂੰ 1000 ਰੁਪਏ ਨਾਲ ਤੋਲਿਆ ਜਾ ਰਿਹਾ ਹੈ। ਕੀ ਅਰਵਿੰਦ ਕੇਜਰੀਵਾਲ ਦੇ ਕੋਲ ਕਰਨ ਲਈ ਸਿਰਫ ਇਹੀ ਹੈ? ਇਹ ਔਰਤਾਂ ਦੇ ਲਈ ਸਨਮਾਨ ਹੈ ਜਾਂ ਉਹਨਾਂ ਦਾ ਅਪਮਾਨ ਹੈ? ਮਨੀਸ਼ਾ ਗੁਲਾਟੀ ਨੇ ਕੇਜਰੀਵਾਲ ਤੇ ਤੰਜ ਕੱਸਦਿਆਂ ਸਵਾਲ ਕੀਤਾ ਕਿ ਕੀ ਕੇਜਰੀਵਾਲ ਨੇ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਨੇ, ਜਿਹੜਾ ਉਹ ਪੰਜਾਬ ਆ ਕੇ ਅਜਿਹਾ ਐਲਾਨ ਕਰ ਰਹੇ ਨੇ। ਸਾਨੂੰ ਉਹਨਾਂ ਦੇ 1000 ਰੁਪਏ ਨਹੀਂ ਚਾਹੀਦੇ। ਪਾਰਟੀਆਂ ਨੇ ਜੇ ਕਰਨੀ ਹੈ ਤਾਂ ਔਰਤ ਦੀ ਸੁਰੱਖਿਆ ਤੇ ਰੁਜ਼ਗਾਰ ਨੂੰ ਲੈ ਕੇ ਗੱਲ ਕਰੋ।
ਤੇ ਮਨੀਸ਼ਾ ਗੁਲਾਟੀ ਨੇ ਇਹ ਵੀ ਪੇਸ਼ਕਸ਼ ਕਰ ਦਿੱਤੀ ਕਿ ਜੇਕਰ ਸੀਐਮ ਚੰਨੀ ਮੈਨੂੰ ਫੋਨ ਕਰਨਗੇ ਤਾਂ ਮੈਂ ਔਰਤਾਂ ਦੇ ਨਾਲ ਜੁੜਿਆ ਡੇਟਾ ਦੇਣ ਦੇ ਲਈ ਉਹਨਾਂ ਨੂੰ ਤਿਆਰ ਹਾਂ ਕਿ ਪੰਜਾਬ ਦੀਆਂ ਔਰਤਾਂ ਕਿੱਥੇ-ਕਿੱਥੇ ਕੀ ਕਰਦੀਆਂ ਨੇ, ਕਿਹੜੇ ਮੁਕਾਮ ਤੇ ਪਹੁੰਚੀਆਂ ਹੋਈਆਂ ਨੇ। ਤੇ ਅੱਜ ਇੱਕ ਸਵਾਲ ਪੰਜਾਬ ਸਟੇਟ ਵਿਮਨ ਕਮਿਸ਼ਨ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਕਿਆ ਔਰਤ ਦੇ ਇੱਕ ਸਵਾਭਿਮਾਨ, ਔਰਤ ਦੀ ਡਿਗਨਿਟੀ, ਔਰਤ ਨੂੰ 1000 रुपए ਨਾਲ ਆਕਿਆ ਜਾ ਰਿਹਾ ਹੈ, ਔਰਤ ਦੀ ਕਾਬਲੀਅਤ ਨੂੰ ਜਵਾਬ ਦੇਗਾ ਮੈਨੂੰ ਮੇਰਾ ਪੰਜਾਬ। मेरे फेसबुक पे जुड़ी हुई मेरी फैमिली, मेरा परिवार ਜਿਹੜਾ ਮੇਰੀ स्ट्रेंथ ਬਣਿਆ ਹੋਇਆ ਹੈ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਸਵੇਰ ਤੋਂ ਲੈ ਕੇ ਰਾਤ ਤੱਕ ਔਰਤਾਂ ਦੇ ਆਂਸੂ ਪੂੰਝਦਾ ਰਹਿੰਦਾ ਹੈ। ਕਮਿਸ਼ਨ ਇੱਥੇ ਬੈਠਾ ਹੋਇਆ ਪੂਰੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਕਿ ਸਾਡੀ ਪੰਜਾਬ ਦੀ ਵੂਮਨ ਨੂੰ ਐਮਪਾਵਰ ਕਿਵੇਂ ਕੀਤਾ ਜਾਏ। ਐਮਪਾਵਰ ਕਹਿਣਾ ਪੋਲੀਟੀਕਲ ਪਾਰਟੀਆਂ ਦਾ, ਹੁਣ ਇੱਕ ਤੋਲਦਾ 1000 ਰੁਪਇਆ ਕਿ ਔਰਤ ਨੂੰ 1000 ਰੁਪਏ ਨਾਲ ਆਕਿਆ ਜਾ ਸਕਦਾ ਹੈ। ਜਵਾਬ ਦੇਗਾ ਮੈਨੂੰ ਮੇਰਾ ਪੰਜਾਬ। ਮੇਰੀ ਫੇਸਬੁੱਕ ਵॉल ਤੇ ਤੁਸੀਂ ਦੱਸੋ ਕਿ ਔਰਤ ਦੇ ਸਵਾਭਿਮਾਨ ਦੀ ਕੀਮਤ 1000 ਰੁਪਇਆ, ਕਿ ਤੁਸੀਂ ਉਹਦੇ ਰੋਜ਼ਗਾਰ ਪਾ ਰਹੇ ਹੋ, ਕਿ ਉਹਨੂੰ ਐਮਪਾਵਰ ਕਰਨ ਪਾ ਰਹੇ ਹੋ, ਕੀ ਲੈ ਕੇ ਆ ਰਹੇ ਹੋ। ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਦੇ ਵੱਲੋਂ ਚੋਣ ਸਰਗਰਮੀਆਂ ਵਧਾਈਆਂ ਜਾ ਰਹੀਆਂ ਨੇ, ਉੱਥੇ ਬੀਜੇਪੀ ਵਾਲੇ ਵੀ ਲੋਕਾਂ ਨੂੰ ਸਬਜ਼ ਬਾਗ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇਹ ਜਿਹੜਾ ਸੇਖ ਚਿੱਲੀ ਦੇ ਸੁਪਨਿਆਂ ਵਾਲੀ ਗੱਲ ਹੈਗੀ ਆ, ਲੋਕ ਇਹ ਸਮਝਦੇ ਨੇ। ਅਸ਼ਵਨੀ ਸ਼ਰਮਾ ਪੰਜਾਬ ਬੀਜੇਪੀ ਦੇ ਪ੍ਰਧਾਨ, ਉਹਨਾਂ ਨੇ ਕਿਹਾ ਕਿ ਪੰਜਾਬੀ ਬਹੁਤ ਸਮਝਦਾਰ ਨੇ, ਅਸੀਂ ਬਾਕੀ ਪਾਰਟੀਆਂ ਵਾਂਗ ਝੂਠੇ ਲਾਰੇ ਨਹੀਂ ਲਾਵਾਂਗੇ, ਸਾਡਾ ਮੈਨੀਫੈਸਟੋ ਸਾਡਾ ਸੰਕਲਪ ਪੱਤਰ ਹੋਏਗਾ। ਬਾਕੀ ਪਾਰਟੀਆਂ ਤਾਂ ਕਹਿੰਦੇ ਭਾਸ਼ਣ ਦੇ ਕੇ ਭੱਜ ਜਾਂਦੀਆਂ ਨੇ, ਇਹਨਾਂ ਨੂੰ ਮੁੜ ਕੇ ਕਿਹਨੇ ਫੜਨਾ। ਪਰ ਸਾਡੀ ਪਾਰਟੀ 117 ਸੀਟਾਂ ਤੇ ਚੋਣ ਲੜੇਗੀ। ਸਵਾਲ ਚੁੱਕਦੇ ਨੇ ਜਿਹੜੇ ਅੱਜ ਉਹ ਪਿਛਲੀ ਸਰਕਾਰ ਦਾ ਹਿੱਸਾ ਸੀ, ਯਾਨੀ ਕਿ ਅੱਜ ਜਿਹੜੇ ਸਾਡੇ ਤੇ ਸਵਾਲ ਚੁੱਕਦੇ ਨੇ ਉਹ ਪਹਿਲਾਂ ਸਾਡੀ ਸਰਕਾਰ ਦਾ ਹੀ ਹਿੱਸਾ ਹੁੰਦੇ ਸੀ। ਮੁੱਖ ਮੰਤਰੀ ਚੰਨੀ ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਸੀਐਮ ਚੰਨੀ ਨਿਤ ਨਵੇਂ ਐਲਾਨ ਕਰ ਰਹੇ ਨੇ, ਪਰ ਜੇ ਖਜ਼ਾਨਾ ਖਾਲੀ ਹੈ ਤਾਂ ਵਾਅਦੇ ਕਿੱਥੋਂ ਪੂਰੇ ਕਰਨਗੇ। ਸਾਡੀ ਸਰਕਾਰ ਬਣੂਗੀ ਪੰਜਾਬ ਦੇ ਵਿੱਚ ਤੇ ਅਸੀਂ ਕੱਲਾ ਵਾਅਦਾ ਪੂਰਾ ਕਰਾਂਗੇ, ਕਿਉਂਕਿ ਸਾਡਾ ਵਾਅਦਾ ਨਹੀਂ, ਸਾਡਾ ਸੰਕਲਪ ਹੋਏਗਾ। ਕਾਂਗਰਸ ਛੱਡਣ ਤੋਂ ਬਾਅਦ ਜਾਂ ਕਹਿ ਸਕਦੇ ਹਾਂ ਕਿ ਕਾਂਗਰਸ ਵਿੱਚੋਂ ਕੱਢੇ ਜਾਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵੱਡੇ ਦਾਅਵੇ ਠੋਕ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਹੈ, ਜਦੋਂ ਕੈਪਟਨ ਨੂੰ ਪੁੱਛਿਆ ਗਿਆ ਕਿ ਤੁਸੀਂ ਲਗਭਗ 5 ਦਹਾਕਿਆਂ ਤੋਂ ਸਿਆਸਤ ਵਿੱਚੋਂ 2 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਹੋ, ਤਾਂ ਕੋਈ ਵੱਡਾ ਕਾਂਗਰਸੀ ਲੀਡਰ ਜਾਂ ਵਿਧਾਇਕ ਜਾਂ ਜ਼ਿਲ੍ਹਾ ਪ੍ਰਧਾਨ ਤੁਹਾਡੇ ਨਾਲ ਕਿਉਂ ਨਹੀਂ ਆਇਆ। ਜਵਾਬ ਦੇ ਵਿੱਚ ਕੈਪਟਨ ਨੇ ਕਿਹਾ ਕਿ ਮੈਂ ਅਲੱਗ-ਥਲੱਗ ਨਹੀਂ ਹੈਗਾ, ਮੇਰਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੈਟਅਪ ਹੋ ਚੁੱਕਿਆ ਸੀ, ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਰਹੇ ਹਾਂ। ਇਹ ਕਹਿਣਾ ਬਹੁਤ ਸੌਖਾ ਹੈ ਕਿ ਕਾਂਗਰਸ ਦਾ ਕੋਈ ਵੀ ਮੇਰੇ ਨਾਲ ਕਿਉਂ ਨਹੀਂ ਜੁੜ ਰਿਹਾ, ਪਰ ਮੈਂ ਉਹਨਾਂ ਨੂੰ ਖੁਦ ਰੋਕਿਆ ਹੈ, ਕਿਉਂਕਿ ਜੇ ਉਹ ਮੇਰੇ ਨਾਲ ਹੁਣੇ ਜੁੜ ਗਏ ਤਾਂ ਕਾਂਗਰਸ ਪਾਰਟੀ ਹੈ ਜਿਹੜੀ ਉਹਨਾਂ ਨੂੰ ਬਰਖਾਸਤ ਕਰ ਦੇਊਗੀ। ਜਿਵੇਂ ਹੀ ਕੋਈ ਵਿਧਾਇਕ ਲਾਈਨ ਤੋਂ ਬਾਹਰ ਨਿਕਲਦਾ ਉਸ ਤੇ ਫੰਡ ਕੱਟ ਦਿੱਤੇ ਜਾਂਦੇ ਨੇ। ਇਸ ਲਈ ਮੈਂ ਸਾਰਿਆਂ ਨੂੰ ਖੁਦ ਕਿਹਾ ਕਿ ਚੁੱਪਚਾਪ ਬਹਿ ਜਾਓ, ਚੋਣ ਜ਼ਾਬਤਾ ਲਾਗੂ ਹੋਣ ਦਿਓ, ਫਿਰ ਤੁਸੀਂ ਮੇਰੇ ਨਾਲ ਆ ਜਾਓ। ਕਹਿੰਦੇ ਮੈਂ ਵੱਡੇ ਕਾਂਗਰਸੀ ਲੀਡਰਾਂ ਨੂੰ ਆਪਣੇ ਨਾਲ ਆਉਣ ਤੋਂ ਖੁਦ ਰੋਕਿਆ ਹੋਇਆ, ਕਿਉਂਕਿ ਚੋਣ ਜ਼ਾਬਤੇ ਦੀ ਉਡੀਕ ਕਰ ਰਿਹਾ। ਕੈਪਟਨ ਨੇ ਦਾਅਵਾ ਕੀਤਾ ਕਿ ਸਾਰੀਆਂ ਸੀਟਾਂ ਤੇ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਚੋਣ ਲੜਾਂਗਾ, ਚਾਹੇ ਮੈਂ ਬੀਜੇਪੀ ਦੇ ਨਾਲ ਗੱਠਜੋੜ ਕਰਾਂ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਗੱਠਜੋੜ ਕਰਾਂ। ਯਾਨੀ ਕਿ ਸੁਖਦੇਵ ਸਿੰਘ ਢੀਂਡਸਾ ਦੀ ਉਹਨਾਂ ਨੇ ਫੇਰ ਗੱਲ ਕੀਤੀ ਹੈ। ਹਾਲਾਂਕਿ ਜਿੰਨੀ ਵਾਰੀ ਵੀ ਢੀਂਡਸਾ ਨੂੰ ਪੁੱਛਿਆ ਜਾਂਦਾ ਹੈ ਉਹੀ ਕਹਿੰਦੇ ਨੇ ਕਿ ਸਾਡਾ ਕੈਪਟਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਨਾ ਸਾਡੀ ਕੋਈ ਗੱਲਬਾਤ ਹੋਈ ਹੈ, ਨਾ ਸਾਡਾ ਕੋਈ ਗੱਠਜੋੜ ਹੋਇਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਰਜ਼ੀ ਤੇ ਸੁਣਵਾਈ ਕਰਦਿਆਂ ਈਡੀ ਨੂੰ ਨੋਟਿਸ ਜਾਰੀ ਕੀਤਾ ਹੈ। ਖਹਿਰਾ ਨੇ ਪਟੀਸ਼ਨ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਦਾਖਲ ਕੀਤੀ ਹੈ। ਪਟੀਸ਼ਨ ਦੇ ਵਿੱਚ ਖਹਿਰਾ ਨੇ ਕਿਹਾ ਕਿ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਮੈਨੂੰ 11 ਵਾਰੀ ਸੰਮਨ ਭੇਜੇ ਸੀ, ਹਰ ਵਾਰੀ ਮੈਂ ਪੇਸ਼ ਹੋਇਆ, ਪਰ ਜਦੋਂ 11 ਨਵੰਬਰ ਨੂੰ ਪੇਸ਼ ਹੋਇਆ ਤਾਂ ਮੈਨੂੰ ਅਚਾਨਕ ਗ੍ਰਿਫਤਾਰ ਕਰ ਲਿਆ ਗਿਆ ਤੇ ਪੂਰੀ ਤਰ੍ਹਾਂ ਨਾਲ ਗਲਤ ਹੈ। ਗ੍ਰਿਫਤਾਰੀ ਨੂੰ ਪੂਰੀ ਤਰ੍ਹਾਂ ਨਾਜਾਇਜ਼ ਦੱਸਦਿਆਂ ਖਹਿਰਾ ਨੇ ਗ੍ਰਿਫਤਾਰੀ ਦੇ ਹੁਕਮਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਅਰਜ਼ੀ ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਮਾਮਲੇ ਦੇ ਵਿੱਚ ਈਡੀ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ। ਸੁਖਪਾਲ ਖਹਿਰਾ ਇਸ ਵਕਤ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਾਦਲਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਜ਼ਬਤ ਕੀਤੀਆਂ ਸਾਰੀਆਂ ਬੱਸਾਂ ਛੱਡਣ ਅਤੇ ਉਹਨਾਂ ਦੇ ਪਰਮਿਟ ਰੱਦ ਕਰਨ ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਸਰਕਾਰ ਨੂੰ 1 ਘੰਟੇ ਦੇ ਅੰਦਰ ਆਰਬਿਟ ਬੱਸਾਂ ਛੱਡਣ ਦੇ ਹੁਕਮ ਦਿੱਤੇ। ਜ਼ਬਤ ਕੀਤੀਆਂ ਗਈਆਂ ਬੱਸਾਂ ਵਿੱਚ ਬਾਦਲ ਪਰਿਵਾਰ ਦੀਆਂ ਆਰਬਿਟ ਸਮੇਤ ਕਈ ਹੋਰ ਸਿਆਸੀ ਲੀਡਰਾਂ ਦੀਆਂ ਕੰਪਨੀਆਂ ਦੀਆਂ ਬੱਸਾਂ ਸ਼ਾਮਿਲ ਨੇ। ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਉਸ ਨੂੰ ਇਹ ਪਹਿਲਾ ਵੱਡਾ ਝਟਕਾ ਲੱਗਿਆ। ਹਾਈਕੋਰਟ ਨੇ ਸਰਕਾਰ ਨੂੰ ਬੱਸਾਂ ਦੇ ਮੁੜ ਤੋਂ ਪਰਮਿਟ ਜਾਰੀ ਕਰਨ ਦੀ ਹਦਾਇਤ ਵੀ ਦਿੱਤੀ ਹੈ। 22 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਪਟੀਸ਼ਨ ਤੇ ਨੋਟਿਸ ਜਾਰੀ ਕਰਦਿਆਂ ਦਾਅਵਾ ਕੀਤਾ ਸੀ ਕਿ ਉਹ ਸਿਆਸੀ ਬਦਲਾਖੋਰੀ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਨੇ। ਰਾਜਾ ਵੜਿੰਗ ਇੱਕ ਪ੍ਰੈਸ ਕਾਨਫਰੰਸ ਕਰਕੇ ਲਾਇਸੈਂਸ ਫੀਸ ਦੀ 5 ਕਰੋੜ ਤੋਂ ਵੱਧ ਦੀ ਉਗਰਾਹੀ ਵਸੂਲ ਕਰਨ ਦਾ ਦਾਅਵਾ ਵੀ ਕਰ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਐਲਾਨ ਕੀਤਾ ਹੈ। ਕਿਸਾਨਾਂ ਦੇ ਮੋਰਚਿਆਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਪਾਰਟੀ ਦੇ 27 ਨਵੰਬਰ ਦੇ ਸਾਰੇ ਜਨਤਕ ਪ੍ਰੋਗਰਾਮ ਮੁਲਤਵੀ ਕਰਨ ਦਾ ਐਲਾਨ
ਕਰ ਦਿੱਤਾ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੁਖਬੀਰ ਬਾਦਲ ਦੇ 27 ਤਰੀਕ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਸਾਰੇ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤੇ ਗਏ ਨੇ, ਕਿਉਂਕਿ ਇਸ ਇਲਾਕੇ ਦੇ ਪਾਰਟੀ ਵਰਕਰਾਂ ਦੀ ਇੱਛਾ ਸੀ ਕਿ 29 ਤਰੀਕ ਨੂੰ ਜਿਹੜੇ ਕਿਸਾਨਾਂ ਦੇ ਪ੍ਰੋਗਰਾਮ ਐਲਾਨੇ ਗਏ ਨੇ ਉਹਨਾਂ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ। ਇਸ ਕਰਕੇ ਪਾਰਟੀ ਨੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਟਰਮ 1 ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ ਉਹਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਤਰੀਕਾਂ ਐਲਾਨ ਦਿੱਤੀਆਂ ਨੇ। 10ਵੀਂ ਜਮਾਤ ਲਈ ਟਰਮ 1 ਦੇ ਪੇਪਰ ਨੇ ਉਹ 13 ਦਸੰਬਰ ਤੋਂ 18 ਦਸੰਬਰ ਤੱਕ ਤੇ ਇੰਟਰ ਕਲਾਸ ਟਰਮ 1 ਦੀਆਂ ਪ੍ਰੀਖਿਆਵਾਂ 13 ਦਸੰਬਰ ਤੋਂ 22 ਦਸੰਬਰ ਤੱਕ ਕਰਵਾਈਆਂ ਜਾਣਗੀਆਂ। ਡੇਟ ਸ਼ੀਟ ਹੈ ਜਿਹੜੀ ਉਹ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਅਧਿਕਾਰਿਤ ਵੈਬਸਾਈਟ ਹੈਗੀ ਆ ਉਸ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ pseb.ac.in ਦੇ ਉੱਤੇ। ਭਾਰਤ ਵਿੱਚ ਜਿਹੜੀ ਕੋਵੈਕਸਿਨ ਬਣੀ ਹੈ, ਕਰੋਨਾ ਵਾਇਰਸ ਦੀ ਵੈਕਸੀਨ ਬਣੀ ਹੈ, ਉਸ ਨੂੰ ਦੂਸਰੇ ਦੇਸ਼ਾਂ ਤੋਂ ਬਰਤਾਨੀਆ ਆਉਣ ਵਾਲੇ ਲੋਕਾਂ ਦੇ ਲਈ ਨਿਰਧਾਰਿਤ ਕੋਵਿਡ ਪ੍ਰੋਟੋਕਾਲ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਯਾਨੀ ਕਿ ਕੋਵਿਡ ਦੀ ਜਿਹੜੀ ਕਰੋਨਾ ਵੈਕਸੀਨ ਹੈ, ਕੋਵੈਕਸਿਨ, ਭਾਰਤ ਵਿੱਚ ਬਣੀ ਕੋਵੈਕਸਿਨ, ਉਹ ਲੈਣ ਵਾਲੇ ਕੌਮਾਂਤਰੀ ਯਾਤਰੀ ਵੀ ਹੁਣ ਬਰਤਾਨੀਆ ਦੀ ਯਾਤਰਾ ਕਰ ਸਕਣਗੇ। ਪੀਟੀਆਈ ਦੀ ਰਿਪੋਰਟ ਦੇ ਮੁਤਾਬਿਕ ਇਸ ਫੈਸਲੇ ਦੇ ਨਾਲ ਉਹਨਾਂ ਭਾਰਤੀਆਂ ਨੂੰ ਕਾਫੀ ਰਾਹਤ ਮਿਲੇਗੀ ਜੋ ਬਰਤਾਨੀਆ ਜਾਣ ਦਾ ਪਲਾਨ ਕਰ ਰਹੇ ਸੀ, ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਨੇ ਕੋਵੈਕਸਿਨ ਦੀਆਂ। ਭਾਰਤ ਛੱਡਣ ਤੋਂ ਪਹਿਲਾਂ ਨਾ ਤਾਂ ਉਹਨਾਂ ਨੂੰ ਪੀਸੀਆਰ ਟੈਸਟ ਕਰਵਾਉਣ ਦੀ ਲੋੜ ਹੋਏਗੀ, ਨਾ ਹੀ ਉਹਨਾਂ ਨੂੰ ਕੁਆਰੰਟਾਈਨ ਰਹਿਣ ਦੀ ਲੋੜ ਪਵੇਗੀ। ਹਾਲਾਂਕਿ ਯੂਕੇ ਪਹੁੰਚਣ ਤੇ ਇੱਕ ਆਰਟੀ-ਪੀਸੀਆਰ ਟੈਸਟ ਜਾਂ ਲੇਟਰਲ ਫਲੋ ਟੈਸਟ ਉਹਨਾਂ ਨੂੰ ਕਰਵਾਉਣਾ ਪਵੇਗਾ। ਸੋਮਵਾਰ ਸਵੇਰੇ 4 ਵਜੇ ਤੋਂ ਇਹ ਜਿਹੜੇ ਨਵੇਂ ਨਿਯਮ ਉਹ ਲਾਗੂ ਹੋ ਗਏ ਨੇ। ਏਅਰਟੈਲ ਤੋਂ ਬਾਅਦ ਹੁਣ ਵੋਡਾਫੋਨ ਆਈਡੀਆ ਨੇ ਵੀ ਆਪਣੇ ਪ੍ਰੀਪੇਡ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਮੋਬਾਈਲ ਸੇਵਾਵਾਂ ਦੀਆਂ ਦਰਾਂ 25% ਤੱਕ ਵਧਾ ਦਿੱਤੀਆਂ ਨੇ। ਕੰਪਨੀ ਦੇ ਸਾਰੇ ਪਲਾਨ ਦੇ ਵਿੱਚ ਮੋਬਾਈਲ ਕਾਲ ਅਤੇ ਡੇਟਾ ਟੈਰਿਫ ਦੇ ਵਿੱਚ 20 ਤੋਂ 25% ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ। ਕੰਪਨੀ ਨੇ 28 ਦਿਨਾਂ ਦੀ ਮਿਆਦ ਲਈ ਰੀਚਾਰਜ ਦੀ ਘੱਟੋ ਘੱਟ ਕੀਮਤ 25.31% ਵਧਾ ਕੇ 79 ਰੁਪਏ ਤੋਂ ਵਧਾ ਕੇ 99 ਰੁਪਏ ਕਰ ਦਿੱਤੀ ਹੈ। ਅਨਲਿਮਟਿਡ ਸ਼੍ਰੇਣੀ ਵਾਲੇ ਪਲਾਨ ਦੇ ਵਿੱਚ ਦਰਾਂ ਨੇ ਜਿਹੜੀਆਂ 20 ਤੋਂ 23% ਵਧਾ ਦਿੱਤੀਆਂ ਨੇ। ਇੱਕ ਦਿਨ ਪਹਿਲਾਂ ਏਅਰਟੈਲ ਨੇ ਵਧਾ ਦਿੱਤੀਆਂ ਸੀ, ਹੁਣ ਵੋਡਾਫੋਨ ਆਈਡੀਆ ਨੇ ਵੀ ਵਧਾ ਦਿੱਤੀਆਂ ਨੇ। ਹੁਣ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਬਾਕੀ ਸਾਰੇ ਵੀ ਵਧਾ ਦੇਣ ਤੇ ਪਤਾ ਨਹੀਂ ਇਹ ਜਿਹੜੇ ਰੇਟ ਨੇ ਕਿੱਥੇ ਜਾਣਗੇ ਤੇ ਮਹਿੰਗਾਈ ਹੈ ਜਿਹੜੀ ਉਹ ਕਿੰਨਾ ਲੋਕਾਂ ਦਾ ਲੱਕ ਤੋੜੇਗੀ ਕਿ ਹਰ ਕੋਈ ਲੋਕਾਂ ਨੂੰ ਚੂਸ ਰਿਹਾ ਹੈ। ਭਾਰਤ ਦੇ ਵਿੱਚ ਖਰਾਬ ਕੁਆਲਿਟੀ ਦੇ ਪ੍ਰੈਸ਼ਰ ਕੁੱਕਰ ਵੇਚਣ ਵਾਲੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਯਾਨੀ ਕਿ CCPA ਨੇ ਭਾਰਤੀ ਮਿਆਰ ਬਿਊਰੋ BIS ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪ੍ਰੈਸ਼ਰ ਕੁੱਕਰ ਵੇਚਣ ਵਾਲੀਆਂ 5 ਈ-ਕਾਮਰਸ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਕੰਪਨੀਆਂ Amazon, Flipkart, Snapdeal, Shopcluse ਅਤੇ Paytm ਮਾਲ ਤੋਂ ਇਲਾਵਾ ਕਈ ਹੋਰ ਜਿਹੜੇ ਵਿਕਰੇਤਾ ਹੈਗੇ ਨੇ ਉਹਨਾਂ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਸੋਮਵਾਰ ਨੂੰ ਬਿਆਨ ਜਾਰੀ ਕੀਤਾ ਗਿਆ ਕਿ ਕੁਆਲਿਟੀ ਕੰਟਰੋਲ ਆਰਡਰ ਦਾ ਉਲੰਘਣ ਕਰਕੇ ਨਕਲੀ ਅਤੇ ਸ਼ੱਕੀ ਸਮਾਨ ਦੀ ਵਿਕਰੀ ਨੂੰ ਰੋਕਣ ਦੇ ਲਈ ਦੇਸ਼ ਭਰ ਦੇ ਵਿੱਚ CCPA ਨੇ ਮੁਹਿੰਮ ਚਲਾ ਦਿੱਤੀ ਹੈ। CCPA ਦੀ ਇਹ ਮੁਹਿੰਮ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਸ਼ੁਰੂ ਕੀਤੀ ਗਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਹਿੱਸਾ ਹੈ। ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਇਹਨਾਂ ਪਲੇਟਫਾਰਮਾਂ ਤੇ ਪ੍ਰੈਸ਼ਰ ਕੁੱਕਰ ਵੇਚਣ ਦੇ ਲਈ ਈ-ਕਾਮਰਸ ਕੰਪਨੀਆਂ ਦੇ ਨਾਲ-ਨਾਲ ਵਿਕਰੇਤਾਵਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। CCPA ਨੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਅਜਿਹੀਆਂ ਵਸਤੂਆਂ ਦੇ ਉਤਪਾਦਨ ਤੇ ਵਿਕਰੀ ਨਾਲ ਸੰਬੰਧਿਤ ਜਿਹੜੇ ਨਿਯਮ ਹੈਗੇ ਨੇ ਅਤੇ ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਜਾਂਚ ਕਰਨ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਤੇ ਪਹਿਲੀ ਵਾਰੀ ਹੈ ਜਦੋਂ CCPA ਨੇ ਈ-ਕਾਮਰਸ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ। ਦਰਅਸਲ ਪ੍ਰੈਸ਼ਰ ਕੁੱਕਰ ਜੇ ਫਟ ਜਾਵੇ ਤਾਂ ਬਹੁਤ ਵੱਡੇ ਹਾਦਸੇ ਵਾਪਰਦੇ ਨੇ। ਪ੍ਰੈਸ਼ਰ ਕੁੱਕਰ ਫਟ ਜੇ ਜਾਂ ਸਿਲੰਡਰ ਫਟ ਜੇ ਤਾਂ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਨੇ ਤੇ ਜੇ ਇਹ ਵਪਾਰਿਕ ਕੰਪਨੀਆਂ ਜਿਨ੍ਹਾਂ ਤੇ ਲੋਕ ਟਰਸਟ ਕਰਕੇ ਚੀਜ਼ਾਂ ਆਨਲਾਈਨ ਮੰਗਵਾ ਲੈਂਦੇ ਨੇ, ਜੇ ਉਹ ਠੀਕ ਨਹੀਂ ਨਿਕਲਦੀਆਂ ਤਾਂ ਜ਼ਾਹਿਰ ਤੌਰ ਤੇ ਜਿਹੜਾ ਸੰਬੰਧਿਤ ਵਿਭਾਗ ਹੈ ਉਸ ਵੱਲੋਂ ਕਾਰਵਾਈ ਕੀਤੀ ਜਾਣੀ ਤਾਂ ਬਣਦੀ ਹੈ ਤੇ ਇਹ ਇੱਥੇ ਜਿਹੜੀ ਇਹ ਸ਼ਲਾਘਾ ਹੈ ਜ਼ਰੂਰ ਕਰਨੀ ਬਣਦੀ ਹੈ CCPA ਦੀ। ਕਸ਼ਮੀਰ ਤੋਂ ਖਬਰ ਹੈ ਜਿੱਥੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਪਾਰਾ ਹੋਰ ਹੇਠਾਂ ਡਿੱਗ ਗਿਆ। ਮੰਗਲਵਾਰ ਨੂੰ ਸੋਮਵਾਰ ਨੂੰ ਸ਼੍ਰੀਨਗਰ ਦੇ ਵਿੱਚ ਘੱਟੋ ਘੱਟ ਤਾਪਮਾਨ -2.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਇਸ ਸੀਜ਼ਨ ਦੀ ਇਹ ਸਭ ਤੋਂ ਠੰਡੀ ਰਾਤ ਰਹੀ। ਪਹਿਲਗਾਮ ਦੇ ਵਿੱਚ ਵੀ ਤਾਪਮਾਨ ਯਾਨੀ ਕਿ -4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਕਸ਼ਮੀਰ ਦਾ ਸਭ ਤੋਂ ਠੰਡਾ ਥਾਂ ਹੈ। ਬਾਰਾਮੂਲਾ ਜ਼ਿਲ੍ਹੇ ਦੇ ਮਸ਼ਹੂਰ ਸੈਰ ਸਪਾਟਾ ਸਥਾਨ ਗੁਲਮਰਗ ਦੇ ਵਿੱਚ ਵੀ ਤਾਪਮਾਨ 0.6 ਡਿਗਰੀ ਸੈਲਸੀਅਸ ਹੈ ਜਿਹੜਾ ਉਹ ਦਰਜ ਕੀਤਾ ਗਿਆ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।